Thank you, Jesus. Thank you, Jesus. Praise the Lord. ਸਾਰਿਆਂ ਨੂੰ ਸ਼ਾਂਤੀ ਦੀ ਮੈਂ ਬ੍ਰਦਰ ਵਿਸ਼ਾਲ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ ਅਤੇ ਅਸੀਂ ਅੱਜ ਦੇਖਾਂਗੇ ਮੱਤੀ ਦੀ ਅੰਜੀਲ ਅਧਿਆਏ 4 ਉਹਦੇ ਵਚਨ 1 ਤੋਂ ਲੈ ਕੇ 11 ਤੱਕ ਅਤੇ ਅੱਜ ਦੇ ਟੌਪਿਕ ਨੂੰ ਮੈਂ ਦੋ ਨਾਮ ਦੇਣੇ ਚਾਹੁੰਦਾ ਹਾਂ। ਪਹਿਲਾ ਨਾਮ ਯਿਸੂ ਮਸੀਹ ਦੀਆਂ ਤਿੰਨ ਪ੍ਰੀਖਿਆਵਾਂ 3 tests of Jesus Christ ਅਤੇ ਦੂਸਰਾ ਕਿ ਇਜ਼ਰਾਈਲ असफल हो गया पर यीशु मसीह सफल हो गया। हालेलुया। क्योंकि जदों ਅਸੀਂ ਦੇਖਦੇ ਆ ਮੱਤੀ ਦੀ ਅੰਜੀਲ ਯੀਸ਼ੂ ਮਸੀਹ ਨੂੰ ਰਾਜਾ ਦਿਖਾਉਂਦੀ ਆ ਕਿ ਯੀਸ਼ੂ ਮਸੀਹ ਰਾਜਾ ਹੈ, ਯੀਸ਼ੂ ਮਸੀਹ ਉਹ ਮਸੀਹ ਆ ਜਿਹਦੇ ਬਾਰੇ ਭਵਿੱਖਬਾਣੀਆਂ ਹੋਈਆਂ, ਪਰ ਨਾਲ ਦੀ ਨਾਲ ਮੱਤੀ ਦੀ ਅੰਜੀਲ ਜਿਹੜੀ ਆ ਉਹ ਯੀਸ਼ੂ ਮਸੀਹ ਨੂੰ ਇਜ਼ਰਾਈਲ ਦਾ ਰਿਪਰੈਜ਼ੈਂਟੇਟਿਵ ਦਿਖਾਉਂਦੀ ਆ ਕਿ ਯੀਸ਼ੂ ਮਸੀਹ ਪੂਰੇ ਇਜ਼ਰਾਈਲ ਨੂੰ ਰਿਪਰੈਜ਼ੈਂਟ ਕਰਦਾ ਆ। ਕਿਉਂਕਿ ਜਦੋਂ ਅਸੀਂ ਅਧਿਆਇ 2 ਦੇ ਵਿੱਚ ਦੇਖਿਆ ਸੀਗਾ ਤਾਂ ਉੱਥੇ ਲਿਖਿਆ ਆ ਜਦੋਂ ਯੀਸ਼ੂ ਮਸੀਹ ਮਿਸਰ ਦੇਸ਼ ਨੂੰ ਚਲਿਆ ਗਿਆ ਤਾਂ ਲਿਖਿਆ ਕਿ ਤਾਂ ਯੀਸ਼ੂ ਮਸੀਹ ਨੂੰ ਮਿਸਰ ਤੋਂ ਫਿਰ ਬੁਲਾਇਆ ਗਿਆ ਤਾਂ ਜੋ ਇਹ ਭਵਿੱਖਬਾਣੀ ਪੂਰੀ ਹੋਵੇ ਕਿ ਪਰਮੇਸ਼ਰ ਨੇ ਆਪਣੇ ਪੁੱਤਰ ਇਜ਼ਰਾਈਲ ਨੂੰ, ਆਪਣੇ ਪਲੋਠੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ। ਸੋ ਇੱਥੇ ਪਲੋਠਾ ਪੁੱਤਰ ਯੀਸ਼ੂ ਮਸੀਹ ਨੂੰ ਕਿਹਾ ਗਿਆ ਮੱਤੀ ਦੀ ਅੰਜੀਲ ਦੇ ਵਿੱਚ, ਅਤੇ ਜਿੱਥੋਂ ਭਵਿੱਖਬਾਣੀ ਲਈ ਗਈ ਹੋਸ਼ਿਆ ਦੀ ਪੁਸਤਕ ਅਧਿਆਇ 11 ਦੇ ਵਿੱਚੋਂ ਉੱਥੇ ਜਿਹੜੀ ਗੱਲ ਕਰ ਰਿਹਾ ਇਜ਼ਰਾਈਲ ਦੀ ਕਰ ਰਿਹਾ। ਸੋ ਇਜ਼ਰਾਈਲ ਜਿਹੜਾ ਉਹ ਵੀ ਪਰਮੇਸ਼ਰ ਦਾ ਪਲੋਠਾ ਪੁੱਤਰ ਆ ਅਤੇ ਯੀਸ਼ੂ ਮਸੀਹ ਨੂੰ ਵੀ ਇਜ਼ਰਾਈਲ ਦਾ ਪਲੋਠਾ ਪੁੱਤਰ ਕਿਹਾ ਗਿਆ। ਅਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਇਜ਼ਰਾਈਲ ਜਿਹੜਾ ਉਹ ਲਾਲ ਸਮੁੰਦਰ ਦੇ ਵਿੱਚੋਂ ਦੀ ਪਾਰ ਹੋ ਕੇ ਜੰਗਲ ਦੇ ਵਿੱਚ ਗਿਆ ਅਤੇ ਅਧਿਆਇ 3 ਦੇ ਵਿੱਚ ਅਸੀਂ ਦੇਖਿਆ ਯੀਸ਼ੂ ਮਸੀਹ ਕੀ ਕਰਦੇ ਆ ਸੀਗਾ। ਅਧਿਆਇ 3 ਦੇ ਲਾਸਟ ਵਿੱਚ ਉਹਨੇ ਯਰਦਨ ਦੇ ਵਿੱਚ ਬਪਤਿਸਮਾ ਲਿਆ ਅਤੇ ਚੌਥੇ ਅਧਿਆਇ ਦੇ ਵਿੱਚ ਉਹਨੂੰ ਅਸੀਂ ਜੰਗਲ ਦੇ ਵਿੱਚ ਦੇਖਦੇ ਹਾਂ। ਸੋ ਇਜ਼ਰਾਈਲ ਜਿਹੜਾ ਉਹ ਲਾਲ ਸਮੁੰਦਰ ਵਿੱਚ ਦੀ ਹੋ ਕੇ ਜੰਗਲ ਦੇ ਵਿੱਚ ਗਿਆ ਅਤੇ ਯੀਸ਼ੂ ਮਸੀਹ ਯਰਦਨ ਦੇ ਵਿੱਚ ਦੀ ਹੋ ਕੇ ਜੰਗਲ ਦੇ ਵਿੱਚ ਗਿਆ। ਹਾਲੇਲੂਇਆ। ਸੋ ਅਸੀਂ ਅੱਜ ਦੀ ਸਟੱਡੀ ਨੂੰ ਸ਼ੁਰੂ ਕਰਾਂਗੇ ਅਤੇ ਅਸੀਂ ਪੜਾਂਗੇ ਮੱਤੀ ਦੀ ਅੰਜੀਲ ਉਹਦਾ ਅਧਿਆਇ 4 ਵਚਨ 1 ਤੋਂ। ਅਤੇ ਇਹ ਜਿਹੜੇ ਸ਼ਬਦ ਆ ਇਹ ਕਿਉਂਕਿ ਇੱਥੇ ਜਦੋਂ ਅਸੀਂ ਇਹਨੂੰ ਸਟੱਡੀ ਕਰਦੇ ਆ ਤਾਂ ਇਸ ਟਾਈਮ ਯੀਸ਼ੂ ਮਸੀਹ ਦੇ ਕੋਲ ਕੋਈ ਵੀ ਵਿਅਕਤੀ ਨਹੀਂ ਸੀ। ਯੀਸ਼ੂ ਮਸੀਹ ਇਕੱਲਾ ਸੀਗਾ ਇਸ ਜਗ੍ਹਾ ਤੇ ਅਤੇ ਯੀਸ਼ੂ ਮਸੀਹ ਦੇ ਖੁਦ ਹੀ ਦੱਸੇ ਹੋਏ ਸ਼ਬਦ ਆ ਜਿਹੜੇ ਤਿੰਨਾਂ ਸੁਸਮਾਚਾਰਾਂ ਦੇ ਲੇਖਕਾਂ ਨੇ ਲਿਖੇ, ਮੱਤੀ, ਮਰਕੁਸ ਅਤੇ ਲੂਕਾ ਨੇ। ਸੋ ਇਹ ਤਿੰਨਾਂ ਸੁਸਮਾਚਾਰਾਂ ਦੇ ਵਿੱਚ ਲਿਖਿਆ ਗਿਆ ਅਤੇ ਇਹ ਜਿਹੜੀ ਸਾਰੀ ਵਾਰਤਾਲਾਪ ਜਿੰਨੇ ਵੀ ਪ੍ਰੀਖਿਆਵਾਂ ਹੋਈਆਂ ਯੀਸ਼ੂ ਮਸੀਹ ਨੇ ਖੁਦ ਦੱਸਿਆ ਕਿ ਮੇਰੇ ਨਾਲ ਇਦਾਂ ਹੋਇਆ। ਇਸੇ ਕਰਕੇ ਅਸੀਂ ਜਾਣਦੇ ਹਾਂ। ਹਾਲੇਲੂਇਆ। ਸੋ ਅਸੀਂ ਪੜਾਂਗੇ ਮੱਤੀ ਦੀ ਅੰਜੀਲ ਉਹਦੇ ਅਧਿਆਇ 4 ਵਚਨ 1 ਤੋਂ। ਤਦ ਯਿਸੂ ਆਤਮਾ ਦੀ ਅਗਵਾਈ ਨਾਲ ਹਾਂਜੀ ਉਜਾੜ ਵਿੱਚ ਗਿਆ ਪਰ ਸ਼ੈਤਾਨ ਕੋਲੋਂ ਪਰਤਾਇਆ ਜਾਵੇ ਅਤੇ ਜਾਂ 40 ਦਿਨ ਅਤੇ 40 ਰਾਤ ਵਰਤ ਰੱਖਿਆ ਤਾਂ ਉਹਨੂੰ ਭੁੱਖ ਲੱਗੀ। ਆਮੀਨ। ਸੋ ਇੱਥੇ ਲਿਖਿਆ ਤਦ ਯਿਸੂ ਆਤਮਾ ਦੀ ਅਗਵਾਈ ਦੇ ਨਾਲ ਉਜਾੜ ਵਿੱਚ ਜੰਗਲ ਵਿੱਚ ਗਿਆ ਤਾਂ ਜੋ ਸ਼ੈਤਾਨ ਦੇ ਦੁਆਰਾ ਉਹਦੀ ਪ੍ਰੀਖਿਆ ਕੀਤੀ ਜਾਵੇ। ਸੋ ਇੱਥੇ ਲਿਖਿਆ ਤਦ ਯਿਸੂ ਮਸੀਹ ਆਤਮਾ ਦੀ ਅਗਵਾਈ ਦੇ ਨਾਲ। ਸੋ ਜਿੱਦਾਂ ਇਜ਼ਰਾਈਲ ਦਾ ਘਰਾਣਾ ਸੀਗਾ ਉਹ ਜਦੋਂ ਮਿਸਰ ਚੋਂ ਨਿਕਲਿਆ ਤਾਂ ਲਿਖਿਆ ਕਿ ਪਵਿੱਤਰ ਜਿਹੜਾ ਯਹੋਵਾ ਦਾ ਆਤਮਾ ਉਹਨਾਂ ਨੂੰ ਜੰਗਲ ਦੀ ਔਰ ਲੈ ਗਿਆ। ਅਤੇ ਇਸੇ ਤਰ੍ਹਾਂ ਇੱਥੇ ਕੀ ਹੋਇਆ, ਜਿੱਦਾਂ ਯਿਸੂ ਮਸੀਹ ਯਰਦਨ ਦੇ ਵਿੱਚੋਂ ਬਾਹਰ ਨਿਕਲਿਆ ਬਪਤਿਸਮਾ ਲੈ ਕੇ, ਪਵਿੱਤਰ ਆਤਮਾ ਉਹਨੂੰ ਜੰਗਲ ਦੇ ਵੱਲ ਲੈ ਗਿਆ ਅਤੇ ਲਿਖਿਆ ਕਿ ਉਹ 40 ਦਿਨ 40 ਰਾਤਾਂ ਭੁੱਖਾ ਰਿਹਾ, ਉਹ ਨਿਰਹਾਰ ਰਿਹਾ, ਉਹਨੇ ਰੋਟੀ ਨਹੀਂ ਖਾਧੀ। ਅਤੇ ਅਸੀਂ ਕੀ ਦੇਖਦੇ ਹਾਂ, ਇਹ 40 ਦਿਨ ਦਾ ਟਾਈਮ ਆ ਅਤੇ ਇਜ਼ਰਾਈਲ ਦਾ ਘਰਾਣਾ ਕਿੰਨਾ ਚਿਰ ਜੰਗਲਾਂ ਦੇ ਵਿੱਚ ਘੁੰਮਦਾ ਰਿਹਾ, 40 ਸਾਲ। ਅਤੇ ਇੱਥੇ ਮੂਸਾ ਦੇ ਬਾਰੇ ਵੀ ਗੱਲ ਆਉਂਦੀ ਆ ਕਿ ਮੂਸਾ ਜਿਹੜਾ ਸੀਗਾ ਉਹਨੇ ਕਿੰਨੇ ਦਿਨ ਰਿਹਾ, ਉਹਨੇ ਵਰਤ ਰੱਖਿਆ 40 ਦਿਨ 40 ਰਾਤਾਂ ਪਰਮੇਸ਼ਰ ਦੇ ਨਾਲ ਰਿਹਾ। ਸੋ ਇਹ ਜਿਹੜਾ ਮੇਨ ਹੈ ਇੱਥੇ ਉਹ ਯਹੂਦੀਆਂ ਦੇ ਜੰਗਲ ਦੀ ਯਾਤਰਾ ਦੇ ਨਾਲ ਜੁੜਿਆ ਪਿਆ ਆ ਅਤੇ ਲਿਖਿਆ ਕਿ ਯਿਸੂ ਮਸੀਹ ਵੀ 40 ਦਿਨ ਭੁੱਖਾ ਰਿਹਾ 40 ਦਿਨ 40 ਰਾਤਾਂ। ਸੋ ਇੱਥੇ ਜਿਹੜੀ ਚੀਜ਼ ਆਉਂਦੀ ਆ ਆਤਮਾ ਨੂੰ ਲੈ ਗਿਆ। ਸੋ ਆਤਮਾ ਨੂੰ ਲੈ ਗਿਆ ਤਾਂ ਜੋ ਸ਼ੈਤਾਨ ਦੇ ਦੁਆਰਾ ਉਹਦੀ ਪ੍ਰੀਖਿਆ ਹੋਵੇ। ਸੋ ਇੱਥੇ ਯਿਸੂ ਮਸੀਹ ਦੀ ਪ੍ਰੀਖਿਆਵਾਂ ਜਿਹੜੀਆਂ ਹੋਣੀਆਂ ਉਹਦੇ ਵਿੱਚ ਸ਼ੈਤਾਨ ਵੀ ਆ ਤੇ ਉਹਦੇ ਵਿੱਚ ਪਰਮੇਸ਼ਰ ਵੀ ਆ। ਪਰ ਸਾਨੂੰ ਸਮਝਣ ਦੀ ਲੋੜ ਆ ਕਿ ਪਰਮੇਸ਼ਰ ਆਪਣਾ ਕੰਮ ਕਰ ਰਿਹਾ ਤੇ ਸ਼ੈਤਾਨ ਆਪਣਾ ਕੰਮ ਕਰ ਰਿਹਾ ਆ। ਅਤੇ ਸਾਡੀ ਲਾਈਫ 'ਚ ਵੀ ਪ੍ਰੀਖਿਆਵਾਂ ਆਉਂਦੀਆਂ। ਬਾਈਬਲ ਦੱਸਦੀ ਆ ਕਿ ਹਰ ਇੱਕ ਵਿਸ਼ਵਾਸੀ ਪਰਖਿਆ ਜਾਂਦਾ ਆ, ਪਰ ਜਿਹੜਾ ਪਰਖਣ ਦੇ ਵਿੱਚ ਫਰਕ ਆ, ਪਰਮੇਸ਼ਰ ਸਾਡਾ ਟੈਸਟ ਲੈਂਦਾ ਆ, ਉਹ ਸਾਨੂੰ ਪਰਖਦਾ ਆ
ਪਰ ਸ਼ੈਤਾਨ ਜਿਹੜਾ ਉਹ ਸਾਨੂੰ ਲਾਲਚ ਦੇ ਵਿੱਚ ਪਾਉਂਦਾ ਆ, ਕਿਉਂਕਿ ਇੱਕ ਦੋ ਅਲੱਗ ਸ਼ਬਦ ਆ, ਦੋ ਅਲੱਗ ਸ਼ਬਦਾਂ ਨਾਲ ਸਾਨੂੰ ਦੇਖਣਾ ਪਵੇਗਾ। ਪਰਮੇਸ਼ਰ ਸਾਡਾ ਟੈਸਟ ਲੈਂਦਾ, ਪਰ ਸ਼ੈਤਾਨ ਸਾਨੂੰ ਟੈਂਪਟ ਕਰਦਾ। ਪਰਮੇਸ਼ਰ ਸਾਡੀ ਪ੍ਰੀਖਿਆ ਲੈਂਦਾ ਆ, ਪਰ ਸ਼ੈਤਾਨ ਸਾਨੂੰ ਪ੍ਰਲੋਭਨ ਦਿੰਦਾ ਆ। ਪਰਮੇਸ਼ਰ ਸਾਡੀ ਪ੍ਰੀਖਿਆ ਲੈਂਦਾ ਆ, ਪਰ ਸ਼ੈਤਾਨ ਸਾਨੂੰ ਲਾਲਚ ਦਿੰਦਾ ਆ। ਸੋ ਇਸੇ ਤਰ੍ਹਾਂ ਪਰਮੇਸ਼ਰ ਉਹਨੂੰ ਪਰਖ ਰਿਹਾ ਸੀਗਾ ਯਿਸੂ ਮਸੀਹ ਨੂੰ, ਪਰ ਸ਼ੈਤਾਨ ਜਿਹੜਾ ਆ ਉਸ ਨੂੰ ਪ੍ਰਲੋਭਨ ਦੇ ਰਿਹਾ ਸੀ। ਪਰ ਕੀ ਯਿਸੂ ਮਸੀਹ ਦੀ ਪ੍ਰੀਖਿਆ ਹੋਣਾ ਜ਼ਰੂਰੀ ਸੀ? ਕਿ ਉਹ ਪਰਮੇਸ਼ਰ ਨਹੀਂ ਸੀ? ਅਤੇ ਜੇਕਰ ਉਹ ਪਰਮੇਸ਼ਰ ਸੀ ਤਾਂ ਫਿਰ ਉਸ ਦੀ ਪ੍ਰੀਖਿਆ ਲੈਣ ਦੀ ਕੀ ਲੋੜ ਸੀ? ਹਾਂ, ਯਿਸੂ ਮਸੀਹ ਪਰਮੇਸ਼ਰ ਸੀ। ਉਹ ਪਰਮੇਸ਼ਰ ਹੋਣ ਦੇ ਨਾਤੇ ਅਸਫਲ ਨਹੀਂ ਸੀ ਹੋ ਸਕਦਾ, ਪਰ ਉਸ ਦੀ ਪ੍ਰੀਖਿਆ ਜ਼ਰੂਰੀ ਸੀ, ਕਿਉਂਕਿ ਬਾਈਬਲ ਦੱਸਦੀ ਕਿ ਉਹ 100% ਮਨੁੱਖ ਸੀ ਅਤੇ 100% ਪਰਮੇਸ਼ਰ। ਸੋ ਮਨੁੱਖ ਹੋਣ ਦੇ ਨਾਤੇ, ਕਿਉਂਕਿ ਉਹ ਦਾਊਦ ਦੇ ਘਰਾਣੇ ਦੇ ਵਿੱਚੋਂ ਪੈਦਾ ਹੋਇਆ ਮਨੁੱਖ ਦੀ ਸੰਤਾਨ ਸੀ, ਇਸ ਕਰਕੇ ਉਸ ਦੀ ਪ੍ਰੀਖਿਆ ਲੈਣੀ ਜ਼ਰੂਰੀ ਸੀ, ਤਾਂ ਜੋ ਪਰਮੇਸ਼ਰ ਨੂੰ ਪਤਾ ਸੀ ਕਿ ਉਹ ਫੇਲ ਨਹੀਂ ਹੋਵੇਗਾ, ਪਰ ਮਨੁੱਖ ਹੋਣ ਦੇ ਨਾਤੇ ਉਸ ਦੀ ਪ੍ਰੀਖਿਆ ਲਈ ਗਈ, ਤਾਂ ਜੋ ਸਾਰੀਆਂ ਗੱਲਾਂ ਦੇ ਵਿੱਚ ਬਾਈਬਲ ਕਹਿੰਦੀ ਆ ਕਿ ਉਹ ਸਾਰੀਆਂ ਗੱਲਾਂ ਵਿੱਚ ਸਾਡੇ ਵਾਂਗੂ ਪਰਖਿਆ ਗਿਆ, ਪਰ ਉਹ ਪਾਪ ਰਹਿਤ ਰਿਹਾ। ਹਾਲੇਲੂਇਆ। ਸੋ ਯਿਸੂ ਮਸੀਹ ਪਰਖਿਆ ਗਿਆ ਕਿਉਂਕਿ ਉਹ ਮਨੁੱਖ ਸੀਗਾ, ਅਤੇ ਇੱਥੇ ਦੋਨੇ ਆ, ਪਰਮੇਸ਼ਰ ਉਹਦੀ ਪ੍ਰੀਖਿਆ ਲੈ ਰਿਹਾ ਸੀਗਾ, ਪਰ ਸ਼ੈਤਾਨ ਉਹਨੂੰ ਪ੍ਰਲੋਭਨ ਦੇ ਰਿਹਾ ਸੀਗਾ। ਸੋ ਇਜ਼ਰਾਈਲ ਦੇ ਘਰਾਣੇ ਦੇ ਨਾਲ ਜੁੜਿਆ। ਦੇਖੋ, ਇਜ਼ਰਾਈਲ ਦਾ ਘਰਾਣਾ ਵੀ ਪਰਮੇਸ਼ਰ ਜਦੋਂ ਉਹਨੇ ਇਜ਼ਰਾਈਲ ਜੰਗਲ ਦੇ ਵਿੱਚ ਲੈ ਗਿਆ, ਤਾਂ ਜਦੋਂ ਅਸੀਂ ਦੇਖਦੇ ਹਾਂ ਵਿਵਸਥਾ ਸਾਰ ਦੀ ਪੁਸਤਕ ਉਹਦੇ ਅਧਿਆਇ 8 ਉਹਦੇ ਵਚਨ 2 ਤੋਂ ਅਸੀਂ ਦੇਖਾਂਗੇ। ਵਿਵਸਥਾ ਸਾਰ ਦੀ ਪੁਸਤਕ ਉਹਦੇ ਅਧਿਆਇ 8 ਵਚਨ 2। The book of Deuteronomy chapter 8 verse 2। ਸੋ ਯਿਸੂ ਇੱਥੇ ਇਜ਼ਰਾਈਲ ਦੇ ਘਰਾਣੇ ਦੇ ਨਾਲ ਯਿਸੂ ਮਸੀਹ ਨੂੰ ਦਿਖਾਇਆ ਜਾ ਰਿਹਾ, ਕਿਉਂਕਿ ਯਿਸੂ ਮਸੀਹ ਪੂਰੇ ਇਜ਼ਰਾਈਲ ਦੇ ਘਰਾਣੇ ਨੂੰ ਰਿਪਰੈਜ਼ੈਂਟ ਕਰਦਾ ਪਿਆ ਆ। ਵਚਨ ਹਾਂਜੀ, ਅਧਿਆਇ 8 ਵਚਨ 2। ਤੁਸੀਂ ਉਸ ਸਾਰੇ ਰਸਤੇ ਨੂੰ ਯਾਦ ਰੱਖੋ ਜਿਹਦੇ ਵਿੱਚ ਯਹੋਵਾ ਤੁਹਾਡਾ ਪਰਮੇਸ਼ਰ ਤੁਹਾਨੂੰ 40 ਵਰੇ ਉਜਾੜ ਵਿੱਚ ਲਈ ਫਿਰਦਾ ਰਿਹਾ, ਤਾਂ ਜੋ ਉਹ ਤੁਹਾਨੂੰ ਅਧੀਨ ਕਰੇ ਅਤੇ ਤੁਹਾਨੂੰ ਪਰਖੇ ਅਤੇ ਜਾਣੇ ਭਾਈ ਤੁਹਾਡੇ ਮਨ ਵਿੱਚ ਕੀ ਹੈ, ਅਰਥਾਤ ਕੀ ਤੁਸੀਂ ਉਹਦੇ ਹੁਕਮਾਂ ਉੱਤੇ ਚੱਲੋਗੇ ਵੀ ਕਿ ਨਹੀਂ। ਆਮੀਨ। ਸੋ ਇੱਥੇ ਲਿਖਿਆ ਕਿ ਇਜ਼ਰਾਈਲ ਦੇ ਘਰਾਣੇ ਨੂੰ ਪਰਮੇਸ਼ਰ 40 ਸਾਲ ਜੰਗਲ ਦੇ ਵਿੱਚ ਲੈ ਕੇ ਫਿਰਦਾ ਰਿਹਾ, ਤਾਂ ਕਿ ਉਹਨਾਂ ਨੂੰ ਪਰਖੇ ਅਤੇ ਉਹਨਾਂ ਦੇ ਮਨ ਨੂੰ ਜਾਣੇ ਕਿ ਉਹਨਾਂ ਦੇ ਵਚਨਾਂ ਦੇ, ਪਰਮੇਸ਼ਰ ਦੇ ਵਚਨ ਤੇ ਚੱਲਣਗੇ ਜਾਂ ਨਹੀਂ। ਸੋ ਯਿਸੂ ਮਸੀਹ ਪੂਰੇ ਇਜ਼ਰਾਈਲ ਦੇ ਬਦਲੇ ਆਇਆ। ਇੱਥੇ ਮੇਨ ਇਜ਼ਰਾਈਲ ਨੂੰ ਰੱਖਿਆ ਗਿਆ ਫਸਟ ਸਟੈਪ ਦੇ ਉੱਤੇ। ਜਦੋਂ ਅਸੀਂ ਲੂਕਾ ਦੇ ਅੰਜੀਲ ਦੇ ਵਿੱਚ ਜਾਵਾਂਗੇ ਤਾਂ ਅਸੀਂ ਇਸੇ ਕਹਾਣੀ ਨੂੰ, ਇਸੇ ਸਟੋਰੀ ਨੂੰ, ਯਿਸੂ ਮਸੀਹ ਦੀ ਪ੍ਰੀਖਿਆਵਾਂ ਨੂੰ ਅਸੀਂ ਅਲੱਗ ਲੈਵਲ ਤੋਂ, ਅਲੱਗ ਐਂਗਲ ਤੋਂ ਦੇਖਾਂਗੇ। ਸੋ ਇੱਥੇ ਯਿਸੂ ਮਸੀਹ ਇਜ਼ਰਾਈਲ ਨੂੰ ਦਿਖਾ ਰਿਹਾ ਆ ਅਤੇ ਉਸ ਦੀ ਪ੍ਰੀਖਿਆ ਲਈ ਜਾ ਰਹੀ ਹੈ, ਜਿਸ ਤਰ੍ਹਾਂ ਇਜ਼ਰਾਈਲ ਦੀ ਪ੍ਰੀਖਿਆ ਲਈ ਗਈ। ਪਰ ਦੂਸਰੀ ਤਰਫ ਸ਼ੈਤਾਨ ਉਹਨੂੰ ਪ੍ਰਲੋਭਨ ਦੇਣ ਦੇ ਲਈ ਆ ਰਿਹਾ ਆ। ਤੇ ਲਿਖਿਆ ਜਦੋਂ 40 ਦਿਨ ਤੇ 40 ਰਾਤ ਨਿਰਹਾਰ ਰਿਹਾ। ਹਾਂਜੀ, ਅਸੀਂ ਉੱਥੇ ਪੜਾਂਗੇ ਮੱਤੀ ਦੀ ਅੰਜੀਲ ਦੇ ਵਿੱਚ, ਅਤੇ ਤੁਸੀਂ ਇਹਨੂੰ ਵੀ ਰੱਖਣਾ ਕਿਉਂਕਿ ਇਹ ਪਰਤਾਉਣ ਵਾਲੇ ਨੇ ਹਾਂਜੀ ਕੋਲ ਆਣ ਕੇ ਉਹਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਕਹਿ ਜੋ ਇਹ ਪੱਥਰ ਰੋਟੀਆਂ ਬਣ ਜਾਣ। ਪਰ ਉਹਨੇ ਉੱਤਰ ਦਿੱਤਾ। ਸੋ ਇੱਥੇ ਲਿਖਿਆ ਹੈ ਕਿ ਪਰਤਾਉਣ ਵਾਲੇ ਨੇ ਉਸ ਦੇ ਨੇੜੇ ਆ ਕੇ, ਜਦੋਂ 40 ਦਿਨ 40 ਰਾਤਾਂ ਭੁੱਖਾ ਰਿਹਾ ਤੇ ਆਖਰ ਔੜਕ ਉਹਨੂੰ ਭੁੱਖ ਲੱਗੀ ਆਖਰ ਦੇ ਵਿੱਚ, ਤਾਂ ਲਿਖਿਆ ਪਰਤਾਉਣ ਵਾਲੇ ਨੇ ਉਹਦੇ ਨੇੜੇ ਆ ਕੇ ਉਹਨੂੰ ਕਿਹਾ ਕਿ ਜੇਕਰ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ। ਸੋ ਜਿਹੜਾ ਇੱਥੇ ਪਰਤਾਉਣ ਵਾਲਾ ਹੈ ਸ਼ੈਤਾਨ ਆ। ਪਰ ਬੜੀ ਵਾਰੀ ਅਸੀਂ ਸੋਚਦੇ ਕਿ ਸ਼ੈਤਾਨ ਕਿੱਦਾਂ ਦੇ ਰੂਪ ਦੇ ਵਿੱਚ ਆਇਆ। ਕਈ ਵਾਰੀ ਅਸੀਂ ਦੇਖਦੇ ਮੂਵੀਜ਼ ਦੇ ਵਿੱਚ ਕਿ ਉਹ ਸੱਪ ਦੇ ਰੂਪ ਦੇ ਵਿੱਚ ਆਇਆ, ਕਈ ਵਾਰੀ ਉਹ ਪੰਖ ਲਗਾ ਕੇ ਇੱਕ ਦੂਤ ਦੇ ਰੂਪ ਦੇ ਵਿੱਚ ਸ਼ੈਤਾਨ ਬਣ ਕੇ ਆਇਆ। ਸੋ ਬਾਈਬਲ ਇੱਥੇ ਸਾਨੂੰ ਕੁਝ ਵੀ ਨਹੀਂ ਦੱਸਦੀ ਕਿ ਉਹਦਾ ਕਿੱਦਾਂ ਦਾ ਸਰੂਪ ਸੀ। ਬਾਈਬਲ ਇੰਨਾ ਦੱਸਦੀ ਕਿ ਸਿਰਫ ਪਰਤਾਉਣ ਵਾਲਾ ਆਇਆ, ਇੱਕ ਪਰਖਣ ਵਾਲਾ ਆਇਆ ਕਿ ਉਹਨੂੰ ਪਰਤਾਇਆ ਜਾਵੇ, ਉਹਦੇ ਤੇ ਦੋਸ਼ ਲਗਾਇਆ ਜਾਵੇ, ਤੇ ਉਹ ਸ਼ੈਤਾਨ ਸੀ। ਪਰ ਇੱਥੇ ਬਾਈਬਲ ਸਾਨੂੰ ਕਿਸੇ ਤਰ੍ਹਾਂ ਦਾ ਉਹਦਾ ਸਰੂਪ ਨਹੀਂ ਦੱਸਦੀ ਕਿ ਉਹ ਕਿੱਦਾਂ ਦਾ ਬਣ ਕੇ ਆਇਆ। ਤੇ ਲਿਖਿਆ ਉਹਨੂੰ ਕਹਿੰਦਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਆ ਤਾਂ ਇਹਨਾਂ ਪੱਥਰਾਂ ਨੂੰ ਕਹਿ ਕੇ ਰੋਟੀਆਂ ਬਣ ਜਾਣ। ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਯਿਸੂ ਮਸੀਹ ਸ਼ੈਤਾਨ ਨਹੀਂ ਸੀ ਜਾਣਦਾ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਆ। ਬਾਈਬਲ 'ਚ ਲਿਖਿਆ ਕਿ ਜਦੋਂ ਦੁਸ਼ਟ ਆਤਮਾ ਯਿਸੂ ਮਸੀਹ ਨੂੰ ਦੇਖਦੇ ਸੀਗੇ ਤਾਂ ਚਿਲਾ ਉੱਠਦੇ ਸੀ ਕਿ ਹੈ ਪਰਮੇਸ਼ਰ ਦੇ, ਤੂੰ ਸਾਨੂੰ ਤੰਗ ਕਰਨ ਕਿਉਂ ਆਇਆ ਆ? ਅਸੀਂ ਜਾਣਦੇ ਆ ਤੂੰ ਕੌਣ ਆ, ਤੂੰ ਪਰਮੇਸ਼ਰ ਦਾ ਪੁੱਤਰ ਮਸੀਹ ਆ। ਦੁਸ਼ਟ ਆਤਮੇ ਜਾਣਦੇ ਸੀ, ਸ਼ੈਤਾਨ ਜਾਣਦਾ ਸੀਗਾ ਕਿ ਇਹ ਕੌਣ ਆ,
ਉਹ ਪਰਮੇਸ਼ਰ ਦਾ ਪੁੱਤਰ ਆ। ਅਤੇ ਜਦੋਂ ਅਸੀਂ ਅਧਿਆਇ 3 ਦੇ ਵਿੱਚ ਦੇਖਿਆ ਸੀਗਾ ਯਿਸੂ ਮਸੀਹ ਦੇ ਬਪਤਿਸਮੇ ਦੇ ਬਾਰੇ, ਤਾਂ ਉੱਥੇ ਪਰਮੇਸ਼ਰ ਦੀ ਬਾਣੀ ਹੋਈ ਕਿ ਇਹ ਮੇਰਾ ਪਿਆਰਾ ਪੁੱਤਰ ਆ ਜਿਸ ਤੋਂ ਮੈਂ ਪ੍ਰਸੰਨ ਆ। ਸੋ ਸ਼ੈਤਾਨ ਨੂੰ ਪਤਾ ਸੀ ਉਹ ਕੌਣ ਆ, ਉਹ ਪਰਮੇਸ਼ਰ ਦਾ ਪੁੱਤਰ ਆ, ਪਰ ਜਾਣਬੁੱਝ ਕੇ ਫਿਰ ਵੀ ਕੀ ਕਹਿੰਦਾ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ। ਅਤੇ ਦੇਖੋ ਅਸਲ ਦੇ ਵਿੱਚ ਪਰਮੇਸ਼ਰ ਯਿਸੂ ਮਸੀਹ ਦੇ ਉੱਤੇ ਇਹ ਗੱਲ ਕਹਿ ਰਿਹਾ ਸੀਗਾ ਕਿ ਤੂੰ ਪਰਮੇਸ਼ਰ ਦਾ ਪੁੱਤਰ ਆ, ਫਿਰ ਵੀ ਤੂੰ ਭੁੱਖਾ ਬੈਠਾ, ਤੂੰ ਇਹਨਾਂ ਪੱਥਰਾਂ ਨੂੰ ਕਿਉਂ ਨਹੀਂ ਕਹਿਣਾ ਰੋਟੀਆਂ ਬਣ ਜਾਣ, ਕਿ ਇਹਨਾਂ ਪੱਥਰਾਂ ਨੂੰ ਕਹਿ ਤੂੰ ਚਮਤਕਾਰ ਕਰਕੇ ਸਾਬਿਤ ਕਰ ਕਿ ਮੈਂ ਪਰਮੇਸ਼ਰ ਦਾ ਪੁੱਤਰ ਆ। ਅਤੇ ਅੱਜ ਸ਼ੈਤਾਨ ਸਾਡੀ ਲਾਈਫ ਦੇ ਵਿੱਚ ਕੀ ਕਰਦਾ ਆ, ਉਹ ਸਾਡੀ ਲਾਈਫ 'ਚ ਵੀ ਇਦਾਂ ਹੀ ਕਰਦਾ ਆ ਕਿ ਤੁਸੀਂ ਕਹਿੰਦੇ ਅਸੀਂ ਪਰਮੇਸ਼ਰ ਦੇ ਲੋਕ ਆ, ਅਸੀਂ ਪਰਮੇਸ਼ਰ ਦੇ ਬੱਚੇ, ਫਿਰ ਵੀ ਤੁਹਾਡੀ ਲਾਈਫ ਦੇ ਵਿੱਚ ਬੇਸਿਕ ਚੀਜ਼ਾਂ ਹੀ ਨਹੀਂ, ਉਹ ਚੀਜ਼ਾਂ ਜਿਹੜੀਆਂ ਇੰਨੀਆਂ ਜ਼ਰੂਰੀ ਤੁਹਾਡੀ ਲਾਈਫ ਦੇ ਵਿੱਚ ਉਹ ਹੈ ਨਹੀਂ ਗੀਆਂ। ਤੁਸੀਂ ਭੁੱਖੇ ਆ ਤੇ ਤੁਹਾਡੇ ਕੋਲ ਚੰਗੇ ਕੱਪੜੇ ਨਹੀਂ, ਤੁਹਾਡੇ ਕੋਲ ਚੰਗਾ ਘਰ ਨਹੀਂ, ਤੁਹਾਡੀ ਲਾਈਫ ਇੰਨੀ ਚੰਗੀ ਨਹੀਂ ਆ। ਦੇਖੋ ਸ਼ੈਤਾਨ ਸਾਡੀ ਲਾਈਫ 'ਚ ਵੀ ਇਦਾਂ ਹੀ ਆਉਂਦਾ ਜਿੱਦਾਂ ਯਿਸੂ ਮਸੀਹ ਦੀ ਲਾਈਫ 'ਚ ਆਇਆ ਕਿ ਕਰੋ ਪ੍ਰਾਰਥਨਾ, ਤੁਹਾਡੀ ਲਾਈਫ 'ਚ ਤੇ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਆ। ਅਤੇ ਏਦਾਂ ਹੀ ਸ਼ੈਤਾਨ ਨੇ ਕੀਤਾ। ਜਦੋਂ ਅਸੀਂ ਦੇਖਦੇ ਆ ਮੂਸਾ ਦੀਆਂ 5 ਕਿਤਾਬਾਂ ਦੇ ਵਿੱਚ, ਤਾਂ ਸ਼ੈਤਾਨ ਨੇ ਉਹਨਾਂ ਦੇ ਮਨ ਨੂੰ ਉਭਾਰਿਆ, ਭਾਵੇਂ ਕਿ ਨਹੀਂ ਲਿਖਿਆ ਗਿਆ ਮੂਸਾ ਦੀਆਂ ਕਿਤਾਬਾਂ ਦੇ ਵਿੱਚ, ਪਰ ਜਦੋਂ ਉਹਨਾਂ ਨੂੰ ਇਜ਼ਰਾਈਲੀਆਂ ਨੂੰ ਰੋਟੀ ਨਹੀਂ ਮਿਲੀ ਤਾਂ ਯਿਸੂ ਮਸੀਹ ਪਰਮੇਸ਼ਰ ਦੇ ਤੇ ਕੁੜਕੜਾਏ, ਕਹਿੰਦੇ ਕਿ ਅਸੀਂ ਸਾਨੂੰ ਭੁੱਖਾ ਮਰਨ ਦੇ ਲਈ ਇੱਥੇ ਲੈ ਆਏ ਆ ਮੂਸਾ ਦੇ ਜੰਗਲ ਦੇ ਵਿੱਚ। ਉਹ ਪਰਮੇਸ਼ਰ ਦੇ ਤੇ ਮੂਸਾ ਦੇ ਵਿਰੁੱਧ ਕੁੜਕੜਾਏ। ਦੇਖੋ ਜਿਹੜਾ ਇਜ਼ਰਾਈਲ ਸੀਗਾ ਉਹ 40 ਸਾਲ ਰਿਹਾ, ਪਰਮੇਸ਼ਰ ਉਹਨਾਂ ਨੂੰ ਲੈ ਕੇ ਆਇਆ, ਪਰ ਉਹਨਾਂ ਨੇ ਪਰਮੇਸ਼ਰ ਦੇ ਉੱਤੇ ਭਰੋਸਾ ਨਹੀਂ ਰੱਖਿਆ। ਉਹ ਅਸਫਲ ਹੋ ਗਏ ਪਰਮੇਸ਼ਰ ਤੇ ਭਰੋਸਾ ਰੱਖਣ ਦੇ ਵਿੱਚ ਕਿ ਪਰਮੇਸ਼ਰ ਸਾਡੇ ਖਾਣ ਪੀਣ ਦਾ ਇੰਤਜ਼ਾਮ ਕਰ ਸਕਦਾ ਆ। ਪਰ ਇੱਥੇ ਲਿਖਿਆ ਯਿਸੂ ਮਸੀਹ 40 ਦਿਨ 40 ਰਾਤਾਂ ਭੁੱਖਾ ਰਿਹਾ। ਪਰ ਜਦੋਂ ਸ਼ੈਤਾਨ ਨੇ ਉਹਨੂੰ ਕਿਹਾ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਇਹਨਾਂ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣਾ, ਇਜ਼ਰਾਈਲੀਆਂ ਨੇ ਕਿਹੜੀ ਗੱਲ ਤੋਂ ਕੁੜਕੜਾਏ ਕਿ ਸਾਨੂੰ ਰੋਟੀ ਨਹੀਂ ਮਿਲ ਰਹੀ, ਅਸੀਂ ਜੰਗਲ ਵਿੱਚ ਭੁੱਖੇ ਮਰਨ ਜਾ ਰਹੇ ਹਾਂ। ਪਰ ਯਿਸੂ ਮਸੀਹ ਨੇ ਕੀ ਕਿਹਾ ਉੱਥੇ? ਹਾਂਜੀ, ਪਰ ਉਹਨੇ ਉੱਤਰ ਦਿੱਤਾ, ਪਰ ਯਿਸੂ ਮਸੀਹ ਨੇ ਉੱਤਰ ਦਿੱਤਾ, ਲਿਖਿਆ ਹੈ ਪਰ ਇਨਸਾਨ ਨਿਰੀ ਰੋਟੀ ਨਾਲ ਹੀ ਨਹੀਂ ਹਾਂਜੀ ਜਿਉਂਦਾ ਨਹੀਂ ਰਹੇਗਾ, ਪਰ ਹਰੇਕ ਵਾਕ ਨਾਲ ਜਿਹੜਾ ਪਰਮੇਸ਼ਰ ਦੇ ਮੁਖੋਂ ਨਿਕਲਦਾ ਹੈ। ਆਮੀਨ। ਸੋ ਯਿਸੂ ਮਸੀਹ ਨੇ ਉਹਨੂੰ ਉੱਤਰ ਦਿੱਤਾ, ਉਹ ਕਹਿੰਦਾ ਪੱਥਰਾਂ ਨੂੰ ਕਹਿ ਰੋਟੀਆਂ ਬਣ ਜਾਣ। ਪਰ ਯਿਸੂ ਮਸੀਹ ਵਿਵਸਥਾ ਸਾਰ ਦੀ ਪੁਸਤਕ ਉਹਦੇ ਅਧਿਆਇ 8 ਵਚਨ 3 ਨੂੰ ਕੋਡ ਕਰਕੇ ਕਹਿੰਦੇ ਆ ਕਿ ਦੇਖ ਲਿਖਿਆ ਹੋਇਆ ਆ, ਇਹ ਗੱਲ ਦਰਜ ਆ, ਮੈਂ ਇਜ਼ਰਾਈਲ ਦੀ ਜਗ੍ਹਾ ਆ, ਇਜ਼ਰਾਈਲ ਫੇਲ ਹੋ ਗਿਆ, ਉਹਨੇ ਪਰਮੇਸ਼ਰ ਦੇ ਉੱਤੇ ਕੁੜਕੜਾਇਆ ਰੋਟੀ ਦੇ ਬਦਲੇ। ਪਰ ਲਿਖਿਆ ਹੋਇਆ ਹੈ ਵਿਵਸਥਾ ਸਾਰ ਦੀ ਪੁਸਤਕ ਉਹਦੇ ਵਿੱਚ ਕਿ ਮਨੁੱਖ ਨਿਰਾ ਰੋਟੀ ਦੇ ਨਾਲ ਹੀ ਨਹੀਂ ਪਰ ਹਰੇਕ ਵਚਨ ਜਿਹੜਾ ਪਰਮੇਸ਼ਰ ਦੇ ਮੂੰਹ ਚੋਂ ਨਿਕਲਦਾ ਉਹਦੇ ਦੁਆਰਾ ਜੀਵਿਤ ਰਹੇਗਾ। ਅੱਜ ਸਾਨੂੰ ਕਿੰਨਾ ਧਿਆਨ ਦੇਣ ਦੀ ਲੋੜ ਆ ਕਿ ਸਾਡਾ ਸਰੀਰ ਜਿਹੜਾ ਆ, ਯਿਸੂ ਮਸੀਹ ਨੇ ਇਹ ਨਹੀਂ ਕਿਹਾ ਕਿ ਨਿਰਾ ਪਰਮੇਸ਼ਰ ਦੇ ਵਚਨ ਦੇ ਨਾਲ ਹੀ ਜੀਵਿਤ ਰਹੇਗਾ, ਉਹ ਕਹਿੰਦਾ ਮਨੁੱਖ ਨਿਰਾ ਰੋਟੀ ਦੇ ਨਾਲ ਹੀ ਨਹੀਂ, ਹਾਂ ਰੋਟੀ ਵੀ ਜ਼ਰੂਰੀ ਆ ਪਰ ਪਰਮੇਸ਼ਰ ਦਾ ਵਚਨ ਨੂੰ ਪੂਰਾ ਕਰਨਾ ਉਸ ਤੋਂ ਵੀ ਜ਼ਰੂਰੀ ਆ। ਹਾਲੇਲੂਇਆ। ਅੱਜ ਸਾਨੂੰ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਆ ਕਿ ਹਾਂ ਸਾਡੇ ਸਰੀਰ ਨੂੰ ਰੋਟੀ ਦੀ ਜ਼ਰੂਰਤ ਆ, ਪਰ ਕੀ ਅਸੀਂ ਖਾਣ ਦੇ ਬਦਲੇ ਅਸੀਂ ਪਰਮੇਸ਼ਰ ਦੇ ਉੱਤੇ ਕੁੜਕੜਾਈਏ ਕਿ ਅਸੀਂ ਪਰਮੇਸ਼ਰ ਦੀ ਪ੍ਰੀਖਿਆ ਕਰੀਏ? ਨਹੀਂ। ਬਾਈਬਲ 'ਚ ਲਿਖਿਆ ਇਜ਼ਰਾਈਲ ਫੇਲ ਹੋ ਗਿਆ ਪਰ ਯਿਸੂ ਮਸੀਹ ਪਾਸ ਹੋ ਗਿਆ। ਪਰ ਜੇਕਰ ਯਿਸੂ ਮਸੀਹ ਪਾਸ ਹੋ ਸਕਦਾ ਫਿਰ ਅਸੀਂ ਵੀ ਪਾਸ ਹੋ ਸਕਦੇ ਹਾਂ। ਅਸੀਂ ਆਪਣੇ ਹਾਲਾਤਾਂ 'ਚ ਭਾਵੇਂ ਸਾਡੇ ਕੋਲ ਰੋਟੀ ਦੀ ਕਮੀ, ਕੱਪੜੇ ਦੀ ਕਮੀ, ਘਰ ਦੀ ਕਮੀ ਆ, ਕਿਸੇ ਵੀ ਚੀਜ਼ ਦੀ ਕਮੀ, ਪਰ ਅਸੀਂ ਯਿਸੂ ਮਸੀਹ ਦੀ ਤਰ੍ਹਾਂ ਪਰਮੇਸ਼ਰ ਤੇ ਭਰੋਸਾ ਰੱਖ ਸਕਦੇ ਹਾਂ ਕਿ ਸਿਰਫ ਧਰਤੀ ਦੀਆਂ ਚੀਜ਼ਾਂ ਹੀ ਸਾਰਾ ਕੁਝ ਨਹੀਂ ਆ, ਉਸ ਤੋਂ ਵੱਧ ਕੇ ਵੀ ਆ ਕੁਝ, ਅਤੇ ਉਹ ਪਰਮੇਸ਼ਰ ਦਾ ਵਚਨ। ਹਾਲੇਲੂਇਆ। ਹਾਂਜੀ, ਹੁਣ ਸ਼ੈਤਾਨ ਫਿਰ ਅੱਗੇ ਲੈ ਕੇ ਜਾਂਦਾ ਆ। ਹੁਣ ਯਿਸੂ ਮਸੀਹ ਨੇ ਇੱਥੇ ਵਚਨ ਨੂੰ ਕੋਡ ਕੀਤਾ ਤੇ ਸ਼ੈਤਾਨ ਵੀ ਵਚਨ ਨੂੰ ਕੋਡ ਕਰਨ ਜਾ ਰਿਹਾ ਹੈ। ਹਾਂਜੀ, ਫਿਰ ਸ਼ੈਤਾਨ ਉਹਨੂੰ ਪਵਿੱਤਰ ਸ਼ਹਿਰ ਵਿੱਚ ਨਾਲ ਲੈ ਗਿਆ। ਹਾਂਜੀ, ਅਤੇ ਹੈਕਲ ਦੇ ਕਿੰਗਰੇ ਉੱਤੇ ਖੜਾ ਕਰਕੇ ਉਹਨੂੰ ਕਿਹਾ, ਹਾਂਜੀ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤਾਂ ਆਪਣੇ ਆਪ ਨੂੰ ਹੇਠਾਂ ਡੇਗ ਦੇ, ਕਿਉਂ ਜੋ ਲਿਖਿਆ ਹੈ ਕਿ ਉਹ ਆਪਣੇ ਦੂਤਾਂ ਨੂੰ ਤੇਰੇ ਲਈ ਹੁਕਮ ਦੇਵੇਗਾ ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ ਮਤੇ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ। ਆਮੀਨ। ਸੋ ਲਿਖਿਆ ਕਿ ਸ਼ੈਤਾਨ ਜਦੋਂ ਨੇ ਇੱਕ ਪ੍ਰੀਖਿਆ ਦੇ ਵਿੱਚੋਂ ਪਾਸ ਹੋ ਗਿਆ, ਯਿਸੂ ਮਸੀਹ ਇੱਕ ਜਗ੍ਹਾ ਦੇ ਉੱਤੇ ਯਿਸੂ ਮਸੀਹ ਨੂੰ ਨਹੀਂ ਫਸਾ ਸਕਿਆ, ਉਦੋਂ ਉਹਨੇ ਦੇਖਿਆ ਯਿਸੂ ਮਸੀਹ ਦੇ ਵਚਨ ਦਾ ਇਸਤੇਮਾਲ ਕਰਦਾ ਪਿਆ ਆ। ਤੇ ਬੜੀ ਵਾਰੀ ਸ਼ੈਤਾਨ ਸਾਡੇ ਨਾਲ ਵੀ ਇਦਾਂ ਹੀ ਗੇਮ ਕਰਦਾ ਆ। ਉਹ ਕਹਿੰਦਾ ਤੁਸੀਂ ਵਚਨ ਦਾ ਇਸਤੇਮਾਲ ਕਰਦੇ, ਮੈਂ ਵੀ ਵਚਨ ਲੈ ਕੇ ਆਵਾਂਗਾ।
ਪਰ ਵਚਨ ਕਦੀ ਵੀ ਕੰਟਰਡਿਕਟ ਨਹੀਂ ਕਰਦਾ, ਇੱਕ ਦੂਸਰੇ ਦਾ ਵਿਰੋਧ ਨਹੀਂ ਕਰਦਾ। ਸਿਰਫ ਸ਼ੈਤਾਨ ਅਲਗ ਰੀਤੀ ਦੇ ਨਾਲ ਉਹਨੂੰ ਮੈਨੂਪਲੇਟ ਕਰਕੇ, ਉਹਨੂੰ ਗਲਤ ਰੀਤੀ ਨਾਲ ਸਾਡੇ ਅੱਗੇ ਰੱਖ ਕੇ ਉਹ ਸਾਨੂੰ ਫਸਾਉਣ ਦੀ ਕੋਸ਼ਿਸ਼ ਕਰਦਾ। ਅਤੇ ਸ਼ੈਤਾਨ ਨੇ ਇਸੇ ਤਰ੍ਹਾਂ ਇੱਥੇ ਯਿਸੂ ਮਸੀਹ ਦੇ ਨਾਲ ਕੀਤਾ। ਕਹਿੰਦਾ ਠੀਕ ਹੈ, ਤੂੰ ਵਚਨ ਦੇ ਵਿੱਚ ਕਹਿੰਦਾ ਹਨਾ ਲਿਖਿਆ ਹੋਇਆ, ਤੇ ਲਿਖਿਆ ਸ਼ੈਤਾਨ ਉਹਨੂੰ ਯਿਸੂ ਮਸੀਹ ਨੂੰ ਹੈਕਲ ਦੇ ਕੰਗੂਰੇ ਉੱਤੇ, ਹੈਕਲ ਦੇ ਉਸ ਉੱਚੇ ਸਥਾਨ ਦੇ ਉੱਤੇ ਜਿਹੜਾ ਬਣਿਆ ਸੀਗਾ ਬੁਰਜ, ਉਹਦੇ ਉੱਤੇ ਲਿਜਾ ਕੇ ਉਹਨੂੰ ਖੜਾ ਕਰ ਦਿੱਤਾ ਤੇ ਕਹਿੰਦਾ ਆਪਣੇ ਆਪ ਨੂੰ ਇੱਥੋਂ ਥੱਲੇ ਸੱਟ ਦੇ, ਕਿਉਂਕਿ ਇਹ ਵੀ ਲਿਖਿਆ ਹੋਇਆ ਆ। ਇਹ ਲਿਖਿਆ, ਤੂੰ ਕਹਿੰਦਾ ਲਿਖਿਆ ਹੋਇਆ ਹਨਾ, ਤਾਂ ਇਦਾਂ ਵੀ ਲਿਖਿਆ ਹੋਇਆ ਆ ਕਿ ਤੂੰ ਆਪਣੇ ਆਪ ਨੂੰ ਸੱਟ ਦੇ, ਆਪਣੇ ਦੂਤਾਂ ਨੂੰ ਘੱਲੇਗਾ ਤੇ ਉਹ ਤੈਨੂੰ ਹੱਥਾਂ ਤੇ ਚੁੱਕ ਲੈਣਗੇ, ਤੇਰੇ ਪੱਥਰਾਂ ਨੂੰ ਤੇਰੇ ਪੈਰਾਂ ਨੂੰ ਪੱਥਰਾਂ ਦੇ ਨਾਲ ਸੱਟ ਨਹੀਂ ਲੱਗੇਗੀ। ਅਤੇ ਬੜੀ ਵਾਰ ਸ਼ੈਤਾਨ ਸਾਡੇ ਨਾਲ ਵੀ ਇਦਾਂ ਹੀ ਕਰਦਾ ਆ। ਅਤੇ ਸ਼ੈਤਾਨ ਇੱਥੇ ਕੀ ਕਰ ਰਿਹਾ ਸੀ ਕਿ ਪਰਮੇਸ਼ਰ ਦਾ ਟੈਸਟ ਲੈ। ਪਹਿਲਾਂ ਉਹਨੇ ਕਿਹਾ ਚਮਤਕਾਰ ਤੂੰ ਖੁਦ ਕਰਕੇ ਦਿਖਾੜ, ਹੁਣ ਕਹਿੰਦਾ ਹੈ ਕਿ ਜੇ ਯਿਸੂ ਮਸੀਹ ਨੇ ਉਸ ਤੋਂ ਮਨਾ ਕੀਤਾ, ਉਸ ਨਹੀਂ ਕੀਤਾ, ਹੁਣ ਕਹਿੰਦਾ ਪਰਮੇਸ਼ਰ ਨੂੰ ਕਹਿ ਤੇਰੇ ਲਈ ਚਮਤਕਾਰ ਕਰੇ, ਤੇ ਪਰਮੇਸ਼ਰ ਨੂੰ ਪਰਤਾ ਕੇ ਦੇਖ। ਇਜ਼ਰਾਈਲ ਦੇ ਘਰਾਣੇ ਦੇ ਬਾਰੇ ਜਦੋਂ ਅਸੀਂ ਦੇਖਦੇ ਹਾਂ, ਬਾਈਬਲ ਦੇ ਵਿੱਚ ਲਿਖਿਆ ਹੈ ਗਿਣਤੀਆਂ ਦੀ ਪੁਸਤਕ ਅਧਿਆਇ 14 ਦੇ ਵਿੱਚ ਕਿ ਇਜ਼ਰਾਈਲ ਦੇ ਘਰਾਣੇ ਨੇ 10 ਵਾਰ ਪਰਮੇਸ਼ਰ ਨੂੰ ਪਰਤਾਇਆ, ਤੇ ਪਰਮੇਸ਼ਰ ਕਹਿੰਦਾ ਇਸ ਕਾਰਨ ਕਿ ਤੁਸੀਂ ਉਹ ਦੇਸ਼ ਦੇ ਵਿੱਚ ਨਹੀਂ ਵੜੋਗੇ। ਉਹਨਾਂ ਨੇ 10 ਵਾਰ ਪਰਮੇਸ਼ਰ ਦੀ ਪ੍ਰੀਖਿਆ ਲਈ, 10 ਵਾਰੀ ਪਰਮੇਸ਼ਰ ਨੂੰ ਟੈਸਟ ਕੀਤਾ। ਅਤੇ ਇੱਥੇ 11ਵੀਂ ਵਾਰੀ ਸ਼ੈਤਾਨ ਆਉਂਦਾ ਯਿਸੂ ਮਸੀਹ ਦੇ ਕੋਲ ਕਿ ਤੂੰ ਵੀ ਕਿ ਤੂੰ ਇਜ਼ਰਾਈਲ ਨੂੰ ਰਿਪਰੈਜ਼ੈਂਟ ਕਰਨ ਆਇਆ ਆ, ਕਹਿੰਦਾ ਆਪਣੇ ਆਪ ਨੂੰ ਸੈੱਟ ਦੇ। ਉਹਨੂੰ ਵੀ ਉਸੇ ਜਾਲ ਦੇ ਵਿੱਚ ਫਸਾਉਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਜ਼ਰਾਈਲੀ ਫਸ ਗਏ, ਪਰ ਯਿਸੂ ਮਸੀਹ ਨਹੀਂ ਫਸਿਆ। ਉਹਨੇ 91 ਜ਼ਬੂਰ ਨੂੰ ਕੋਡ ਕੀਤਾ, ਉਹਦੇ ਵਚਨ 11-12 ਨੂੰ, ਕਿ ਬਾਈਬਲ ਦੇ ਵਿੱਚ ਹੀ ਲਿਖਿਆ ਪਿਆ ਆ ਕਿ ਤੂੰ ਆਪਣੇ ਆਪ ਨੂੰ ਥੱਲੇ ਤੇ ਉਹਦੇ ਦੂਤ ਆਉਣਗੇ ਅਤੇ ਉਹ ਤੈਨੂੰ ਸਾਂਭ ਲੈਣਗੇ। ਅਤੇ ਉਹ ਕਹਿੰਦਾ ਕਿ ਪਰਮੇਸ਼ਰ ਨੂੰ ਦੀ ਪ੍ਰੀਖਿਆ ਲੈ। ਅੱਜ ਸ਼ੈਤਾਨ ਵੀ ਕਹਿੰਦਾ ਆ ਕਿ ਪਰਮੇਸ਼ਰ ਦੇ ਵਚਨ 'ਚ ਤਾਂ ਇਦਾਂ ਵੀ ਲਿਖਿਆ, ਪਰਮੇਸ਼ਰ ਇਦਾਂ ਵੀ ਕਹਿੰਦਾ, ਪਰ ਤੁਹਾਡੀ ਲਾਈਫ 'ਚ ਕਿਉਂ ਨਹੀਂ ਪੂਰਾ ਹੋ ਰਿਹਾ? ਤੁਹਾਡੀ ਲਾਈਫ 'ਚ ਤਾਂ ਪੂਰਾ ਹੋਣਾ ਚਾਹੀਦਾ। ਬੋਲੋ ਪਰਮੇਸ਼ਰ ਨੂੰ ਕਿ ਪਰਮੇਸ਼ਰ ਮੇਰੀ ਲਾਈਫ 'ਚ ਇਦਾਂ ਕਰ। ਅਤੇ ਬਸ ਅਸਲ ਦੇ ਵਿੱਚ ਉਹ ਕੀ ਕਹਿ ਰਿਹਾ ਸੀਗਾ ਸ਼ੈਤਾਨ ਕਿ 450 ਫੁੱਟ ਤੋਂ ਛਾਲ ਮਾਰ ਦੇ ਤੇ ਕਹਿ ਪਰਮੇਸ਼ਰ ਮੈਨੂੰ ਬਚਾ ਲੈ, ਆਪਣੇ ਦੂਤਾਂ ਨੂੰ ਭੇਜ। ਬੜੀ ਵਾਰੀ ਸਾਡੀ ਲਾਈਫ ਦੇ ਵਿੱਚ ਇਦਾਂ ਹੁੰਦਾ, ਯਿਸੂ ਮਸੀਹ ਉਸ ਦੇ ਵਿੱਚ ਸਫਰ ਉਹਦੀ ਪਲੈਨਿੰਗ 'ਚ ਨਹੀਂ ਫਸੇ, ਪਰ ਅਸੀਂ ਫਸ ਜਾਂਦੇ ਹਾਂ। ਬੜੀ ਵਾਰੀ ਅਸੀਂ ਕੁਛ ਨਾ ਕੁਛ ਇਦਾਂ ਦਾ ਕਰਦੇ ਆ ਕਿ ਜਿਹੜਾ ਬਹੁਤ ਕਠਿਨ ਹੁੰਦਾ ਆ, ਸਾਨੂੰ ਪਤਾ ਕਿ ਇਹਦੇ ਵਿੱਚ ਸਾਡਾ ਕੁਛ ਨਹੀਂ ਫਾਇਦਾ ਹੋਣਾ, ਪਰ ਬੜੀ ਵਾਰੀ ਅਸੀਂ ਐਡਾ ਵੱਡਾ ਲੋਨ ਚੱਕ ਲੈਨੇ ਜਿਹਦੀ ਸਾਡੇ ਤੋਂ ਕਿਸ਼ਤ ਨਹੀਂ ਤਾਰ ਹੋਣੀ, ਉਹ ਕੰਮ ਕਰ ਬੈਠੇ ਆ ਜਿਹਦਾ ਸਾਨੂੰ ਪਤਾ ਕਿ ਰਿਜ਼ਲਟ ਬੁਰਾ ਹੀ ਹੋਣਾ ਆ। ਫਿਰ ਅਸੀਂ ਕਹਿੰਦੇ ਆ 450 ਫੁੱਟ ਤੋਂ ਛਾਲ ਮਾਰਨ ਦੀ ਤਰ੍ਹਾਂ ਹੀ ਉਹ ਹੁੰਦਾ, ਅਤੇ ਫਿਰ ਅਸੀਂ ਕਹਿੰਦੇ ਪਰਮੇਸ਼ਰ ਬਚਾ ਲੈ। ਇਹਦਾ ਮਤਲਬ ਕੀ ਆ? ਅਸੀਂ ਪਰਮੇਸ਼ਰ ਦੀ ਪ੍ਰੀਖਿਆ ਲੈ ਰਹੇ, ਅਸੀਂ ਪਰਮੇਸ਼ਰ ਨੂੰ ਟੈਸਟ ਕਰ ਰਹੇ ਕਿ ਪ੍ਰਭੂ ਬਚਾ, ਤੇਰਾ ਵਾਅਦਾ ਆ। ਗਲਤੀ ਅਸੀਂ ਖੁਦ ਕਰਦੇ ਆ, ਸ਼ੈਤਾਨ ਦੀ ਗੱਲ 'ਚ ਅਸੀਂ ਫਸ ਜਾਂਦੇ ਕਿਉਂਕਿ ਅਸੀਂ ਵਚਨ ਦੇ ਉੱਤੇ ਧਿਆਨ ਨਹੀਂ ਕਰਦੇ, ਅਤੇ ਫਿਰ ਅਸੀਂ ਛਾਲ ਮਾਰ ਕੇ ਕਹਿੰਦੇ ਪਰਮੇਸ਼ਰ ਮੈਨੂੰ ਬਚਾ ਲਾ। ਅਤੇ ਇਹ ਕੀ ਆ? ਇਹ ਪਰਮੇਸ਼ਰ ਨੂੰ ਪਰਖਣਾ ਆ, ਇਹ ਪਰਮੇਸ਼ਰ ਦਾ ਟੈਸਟ ਲੈਣਾ ਹੈ। ਇਜ਼ਰਾਈਲੀਆਂ ਨੇ 10 ਵਾਰੀ ਟੈਸਟ ਲਿਆ, ਪਰ ਆਪਣੀ ਲਾਈਫ ਦੇ ਵਿੱਚ ਅੱਜ ਸਾਨੂੰ ਦੇਖਣ ਦੀ ਲੋੜ ਆ ਕਿ ਅਸੀਂ ਕਿੰਨੀ ਵਾਰ ਆਪਣੀ ਲਾਈਫ ਦੇ ਵਿੱਚ ਯਿਸੂ ਪਰਮੇਸ਼ਰ ਦਾ ਟੈਸਟ ਲਿਆ ਕਿ ਪ੍ਰਭੂ ਸਾਨੂੰ ਪਤਾ ਸੀ ਕਿ ਇਹ ਕਰਨਾ ਗਲਤ ਆ, ਪਰਮੇਸ਼ਰ ਇਦਾਂ ਨਹੀਂ ਚਾਹੁੰਦਾ, ਬਾਵਜੂਦ ਜਾਣਨ ਦੇ ਅਸੀਂ ਉਹ ਕੰਮ ਕੀਤਾ। ਅਤੇ ਫਿਰ ਅਸੀਂ ਬੋਲਣਾ ਸ਼ੁਰੂ ਕੀਤਾ, ਪ੍ਰਾਰਥਨਾ ਕਰਨੀਆਂ ਸ਼ੁਰੂ ਕੀਤੀਆਂ, ਪ੍ਰਾਰਥਨਾਵਾਂ ਕਰਾਉਣੀਆਂ ਸ਼ੁਰੂ ਕੀਤੀਆਂ ਪਰਮੇਸ਼ਰ ਦੇ ਦਾਸਾਂ ਤੋਂ ਕਿ ਪ੍ਰਭੂ ਹੁਣ ਬਚਾ ਲੈ। ਤਾਂ ਇਸ ਦਾ ਮਤਲਬ ਕਿ ਅਸੀਂ ਪਰਮੇਸ਼ਰ ਦਾ ਟੈਸਟ ਲੈ ਰਹੇ ਹਾਂ। ਪਰ ਯਿਸੂ ਮਸੀਹ ਨੇ ਉਹਨੂੰ ਕੀ ਕਿਹਾ? ਯਿਸੂ ਨੇ ਉਸ ਨੂੰ ਆਖਿਆ, ਯਿਸੂ ਮਸੀਹ ਨੇ ਉਹਨੂੰ ਕਿਹਾ, ਇਹ ਵੀ ਲਿਖਿਆ ਹੈ। ਯਿਸੂ ਮਸੀਹ ਕਹਿੰਦਾ ਇਹ ਵੀ ਲਿਖਿਆ ਆ, ਜੋ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ, ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਦੇਖੋ ਸ਼ੈਤਾਨ ਉਸ ਨੂੰ ਦਿਖਾ ਰਿਹਾ ਇੱਕ ਵਚਨ, ਤਾਂ ਯਿਸੂ ਮਸੀਹ ਕਹਿੰਦਾ ਸਿਰਫ ਇੱਥੇ ਨਾ ਟਿਕਿਆ ਰਹਿ, ਇਦਾਂ ਵੀ ਲਿਖਿਆ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਇਸ ਕਰਕੇ ਅੱਜ ਸਾਨੂੰ ਵਚਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ, ਵਚਨਾਂ ਨੂੰ ਕ੍ਰਾਸ ਰੈਫਰੈਂਸ ਕਰਨ ਦੀ ਲੋੜ ਆ, ਵਚਨਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਕਿ ਉੱਤਮ ਗੱਲ ਕਿਹੜੀ ਆ। ਕਿ ਇਹ ਕਹਿਣਾ ਕਿ ਪਰਮੇਸ਼ਰ ਤੂੰ ਆਪਣੇ ਦੂਤਾਂ ਨੂੰ ਘੱਲ 450 ਫੁੱਟ ਤੋਂ ਛਾਲ ਮਾਰ ਕੇ, ਜਾਂ ਪਰਮੇਸ਼ਰ ਨੂੰ ਨਾ ਪਰਤਾਉਣਾ, ਇਹ ਵੱਡੀ ਗੱਲ ਹੈ ਕਿ ਅਸੀਂ ਪਰਮੇਸ਼ਰ ਨੂੰ ਪਰਤਾਈਏ ਹੀ ਨਾ। ਇਸ ਕਰਕੇ ਸ਼ੈਤਾਨ ਨੇ ਵਚਨ ਨੂੰ ਕੀਤਾ, ਉਹਦੇ ਅੱਗੇ ਲੈ ਕੇ ਆਇਆ। ਯਿਸੂ ਮਸੀਹ ਕਹਿੰਦਾ ਇਦਾਂ ਵੀ ਲਿਖਿਆ ਪਿਆ ਆ। ਯਿਸੂ ਮਸੀਹ ਕਹਿੰਦਾ ਵਿਵਸਥਾ ਸਾਰ ਦੀ ਪੁਸਤਕ ਉਹਦੇ ਅਧਿਆਇ 6 ਵਚਨ 16 ਦੇ ਵਿੱਚ ਇਦਾਂ ਲਿਖਿਆ, ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਉਹ ਵਿਵਸਥਾ ਸਾਰ ਅਧਿਆਇ 6 ਵਚਨ 16 ਨੂੰ ਕੋਡ ਕਰ ਰਿਹਾ ਕਿ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ। ਇਦਾਂ ਵੀ ਲਿਖਿਆ। ਬੜੀ ਵਾਰੀ ਅਸੀਂ ਇੱਕ ਵਚਨ ਨੂੰ ਲੈ ਕੇ ਬੈਠ ਜਾਂਦੇ ਆ ਕਿ ਤੂੰ ਪ੍ਰਭੂ ਇਦਾਂ ਕਰ,
ਪਰ ਅਸੀਂ ਦੂਸਰੇ ਵਚਨ ਨੂੰ ਨਹੀਂ ਦੇਖਦੇ। ਸ਼ੈਤਾਨ ਉਹਦੇ ਸਾਹਮਣੇ ਇੱਕ ਵਚਨ ਲੈ ਕੇ ਆਇਆ ਕਿ ਦੂਤ ਆਉਣੇ ਚਾਹੀਦੇ। ਉਹ ਕਹਿੰਦਾ ਦੂਤ ਤਾਂ ਆਉਣੇ ਚਾਹੀਦੇ ਮੈਨੂੰ ਪਤਾ, ਪਰ ਮੈਂ ਪਰਮੇਸ਼ਰ ਨੂੰ ਪਰਤਾਉਣਾ ਨਹੀਂ ਆ। ਹਾਲੇਲੂਇਆ। ਸੋ ਸ਼ੈਤਾਨ ਇਜ਼ਰਾਈਲ ਦਾ ਘਰਾਣਾ ਇੱਥੇ ਫੇਲ ਹੋ ਗਿਆ। ਉਹਨਾਂ ਨੇ ਪਰਮੇਸ਼ਰ ਦਾ 10 ਵਾਰੀ ਟੈਸਟ ਲਿਆ, 10 ਵਾਰੀ ਉਹ ਫਸ ਗਏ, ਪਰ ਯਿਸੂ ਮਸੀਹ ਨੇ ਇੱਕੋ ਵਾਰੀ ਦੇ ਵਿੱਚ ਸ਼ੈਤਾਨ ਨੂੰ ਮੂੰਹ ਤੋੜ ਜਵਾਬ ਦੇ ਦਿੱਤਾ ਅਤੇ ਸ਼ੈਤਾਨ ਨੂੰ ਆਪਣਾ ਮੂੰਹ ਬੰਦ ਕਰਨਾ ਪਿਆ ਉਸ ਜਗ੍ਹਾ ਤੋਂ। ਇਜ਼ਰਾਈਲ ਦਾ ਘਰਾਣਾ ਫਸਿਆ ਪਰ ਯਿਸੂ ਮਸੀਹ ਨਹੀਂ ਫਸਿਆ। ਇਸ ਕਰਕੇ ਯਿਸੂ ਮਸੀਹ ਦੂਸਰੇ ਟੈਸਟ ਚੋਂ ਵੀ ਪਾਸ ਹੋ ਗਿਆ। ਪਰ ਸਾਡੇ ਬਾਰੇ ਕੀ, ਕਿ ਅੱਜ ਅਸੀਂ ਯਿਸੂ ਮਸੀਹ ਨੂੰ, ਅੱਜ ਅਸੀਂ ਪਰਮੇਸ਼ਰ ਨੂੰ ਬਾਰ-ਬਾਰ ਪਰਤਾ ਰਹੇ ਹਾਂ ਜਾਂ ਪਰਮੇਸ਼ਰ ਦੇ ਵਚਨਾਂ ਦੇ ਉੱਤੇ ਭਰੋਸਾ ਰੱਖ ਕੇ ਅੱਗੇ ਵਧਦੇ ਜਾ ਰਹੇ ਹਾਂ? ਇਹ ਅੱਜ ਸਾਨੂੰ ਦੇਖਣ ਦੀ ਲੋੜ ਹੈ। ਹਾਂਜੀ, ਅਸੀਂ ਅੱਗੇ ਪੜਾਂਗੇ। ਫਿਰ ਸ਼ੈਤਾਨ ਉਹਨੂੰ ਇੱਕ ਵੱਡੇ ਉੱਚੇ ਪਹਾੜ ਉੱਤੇ ਨਾਲ ਲੈ ਗਿਆ। ਹਾਂਜੀ। ਅਤੇ ਜਗਤ ਦੀਆਂ ਸਾਰੀਆਂ ਪਾਤਸ਼ਾਹੀਆਂ ਤੇ ਉਹਨਾਂ ਦਾ ਜਲੋਹ ਉਹਨੂੰ ਵਿਖਾ ਲਿਆ। ਅਤੇ ਉਹਨੂੰ ਕਿਹਾ, ਜੇ ਤੂੰ ਨਿਉ ਕੇ ਮੈਨੂੰ ਮੱਥਾ ਟੇਕੇ ਤਾਂ ਇਹ ਸਭ ਕੁਝ ਮੈਂ ਤੈਨੂੰ ਦੇ ਦਿਆਂਗਾ। ਆਮੀਨ। ਸੋ ਲਿਖਿਆ ਹੁਣ ਸ਼ੈਤਾਨ ਆਪਣੇ ਮੇਨ ਪੁਆਇੰਟ ਦੇ ਉੱਤੇ ਆ ਰਿਹਾ ਆ। ਉਹਨੇ ਪਹਿਲਾਂ 2 ਪ੍ਰੀਖਿਆਵਾਂ ਲਈਆਂ ਪਰ ਉਹਨਾਂ ਦੇ ਵਿੱਚ ਉਹ ਸਫਲ ਹੋ ਗਿਆ। ਤਾਂ ਸ਼ੈਤਾਨ ਜਿਹੜਾ ਆਪਣੀ ਸਿੱਧੀ ਗੱਲ ਤੇ ਆ ਗਿਆ ਕਿ ਮੇਰਾ ਪੁਆਇੰਟ ਕੀ ਆ, ਅਤੇ ਲਿਖਿਆ ਕਿ ਉਹਨੂੰ ਉੱਚੇ ਪਹਾੜ ਤੇ ਲੈ ਗਿਆ ਅਤੇ ਉਹਨੂੰ ਸੰਸਾਰ ਦੀਆਂ ਪਾਤਸ਼ਾਹੀਆਂ, ਸੰਸਾਰ ਦੇ ਰਾਜ ਦਿਖਾਲੇ ਅਤੇ ਉਹਨਾਂ ਦੀ ਗਲੋਰੀ, ਉਹਨਾਂ ਦਾ ਵੈਭਵ ਦਿਖਾਇਆ, ਉਹਨਾਂ ਦੀ ਮਹਿਮਾ ਦਿਖਾਈ ਤੇ ਕਹਿੰਦਾ ਕਿ ਜੇ ਤੂੰ ਮੈਨੂੰ ਨਿਉ ਕੇ ਪ੍ਰਣਾਮ ਕਰੇ, ਮੈਨੂੰ ਮੱਥਾ ਟੇਕੇ ਤਾਂ ਇਹ ਸਾਰਾ ਕੁਝ ਮੈਂ ਤੈਨੂੰ ਦੇ ਦੂੰਗਾ। ਦੇਖੋ ਸ਼ੈਤਾਨ ਇੱਥੇ ਸਿੱਧਾ ਹੋ ਗਿਆ ਕਿ ਮੈਂ ਕਿਉਂ ਆਇਆ ਤੇਰੇ ਕੋਲ, ਮੇਰਾ ਇੱਕੋ ਹੀ ਮਕਸਦ ਹੈ ਤੂੰ ਮੇਰੇ ਅੱਗੇ ਝੁਕ ਜਾ ਬਸ, ਤੇ ਮੈਂ ਤੈਨੂੰ ਆਪਣੇ ਅੱਗੇ ਝੁਕਾਉਣਾ ਚਾਹੁੰਦਾ ਹਾਂ। ਦੇਖੋ ਸ਼ੈਤਾਨ ਦੀ ਇਹੀ ਪਲੈਨਿੰਗ ਆ ਕਿ ਅਸੀਂ ਉਹਦੇ ਅੱਗੇ ਝੁਕ ਜਾਈਏ। ਉਹਨੇ ਸਾਰਾ ਕੁਝ ਯਿਸੂ ਮਸੀਹ ਨੂੰ ਦਿਖਾ ਦਿੱਤਾ ਅਤੇ ਇਹ ਅਧਿਕਾਰ ਕਿੱਥੋਂ ਮਿਲਿਆ, ਕਿੱਥੋਂ ਉਹਨੂੰ ਸਾਰੇ ਜਗਤ ਦੀਆਂ ਪਾਤਸ਼ਾਹੀਆਂ ਮਿਲੀਆਂ? ਸਾਡੇ ਪਿਤਾ ਆਦਮ ਦੇ ਕੋਲੋਂ, ਕਿਉਂਕਿ ਉਹਨੇ ਸ਼ੈਤਾਨ ਦੀ ਗੱਲ ਮੰਨ ਕੇ ਸਾਰਾ ਕੁਝ ਉਹਨੂੰ ਦੇ ਦਿੱਤਾ, ਉਹਦੇ ਅਧਿਕਾਰ ਵਿੱਚ ਕਰ ਦਿੱਤਾ। ਅਤੇ ਬਾਈਬਲ ਦੇ ਵਿੱਚ ਲਿਖਿਆ ਹੈ ਇਫਿਸੀਆਂ ਦੀ ਪੁਸਤਕ ਅਧਿਆਇ 4 ਦੇ ਵਿੱਚ ਕਿ ਉਹ ਇਸ ਸੰਸਾਰ ਦਾ ਈਸ਼ਵਰ ਆ, ਇਸ ਸੰਸਾਰ ਦਾ ਪਰਮੇਸ਼ਰ ਆ, ਕਿਉਂਕਿ ਸਾਰਾ ਸੰਸਾਰ ਕਿਹਦੇ ਵਸ ਵਿੱਚ ਆ? ਦੁਸ਼ਟ ਦੇ ਵਸ ਵਿੱਚ। ਉਹ ਕੌਮਾਂ ਦੇ ਉੱਤੇ ਰਾਜ ਕਰਦਾ ਆ। ਇੱਥੋਂ ਤਾਂ ਦਾਨੀਏਲ ਦੀ ਪੁਸਤਕ ਕਹਿੰਦੀ ਆ ਕਿ ਅਲੱਗ-ਅਲੱਗ ਨੇਸ਼ਨਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੁਸ਼ਟ ਆਤਮੇ ਲਗਾਏ ਗਏ ਸ਼ੈਤਾਨ ਦੇ ਦੁਆਰਾ। ਸੋ ਸ਼ੈਤਾਨ ਕਹਿੰਦਾ ਸਾਰਾ ਕੁਝ ਮੇਰੇ ਕੋਲ ਆ, ਤੂੰ ਮਸੀਹ ਆ, ਤੂੰ ਰਾਜ ਕਰਨ ਦੇ ਲਈ ਆਇਆ, ਤੈਨੂੰ ਧਰਤੀ ਦਾ ਰਾਜ ਚਾਹੀਦਾ ਤੇ ਮੈਂ ਤੈਨੂੰ ਉਹ ਰਾਜ ਦਊਂਗਾ। ਤੂੰ ਕਾਹਤੋਂ ਇੰਨੀ ਟੈਨਸ਼ਨ ਲੈਣਾ, ਕਾਹਤੋਂ ਇੰਨੇ ਪਾਪੜ ਵੇਲੇ, ਕਿ ਕਾਹਤੋਂ ਇੰਨਾ ਕੁਝ ਕਰਨਾ ਆ? ਬਸ ਸਿਰਫ ਇੱਕੋ ਹੀ ਕੰਮ ਕਰ, ਮੇਰੇ ਅੱਗੇ ਝੁਕ ਜਾ ਤੇ ਮੈਂ ਤੈਨੂੰ ਸਾਰਾ ਕੁਝ ਦੇ ਦੂੰਗਾ। ਅੱਜ ਸ਼ੈਤਾਨ ਸਾਡੀ ਲਾਈਫ ਦੇ ਵਿੱਚ ਵੀ ਇਦਾਂ ਹੀ ਕਰਦਾ ਆ। ਉਹ ਕਹਿੰਦਾ ਕਿ ਇੰਨੇ ਪੰਗੇ ਕਾਹਤੋਂ ਕਰਦਾ, ਬਸ ਮੰਨ ਲੈ ਮੇਰੀ ਗੱਲ, ਸਮਝੌਤਾ ਕਰ ਲਾ, ਪਾਪ ਦੇ ਨਾਲ ਸਮਝੌਤਾ ਕਰ ਲਾ, ਦੁਨੀਆ ਨਾਲ ਸਮਝੌਤਾ ਕਰ ਲਾ, ਲਾਲਚ ਨਾਲ, ਲੋਭ ਨਾਲ, ਰਿਸ਼ਵਤ ਦੇ ਨਾਲ ਸਮਝੌਤਾ ਕਰਕੇ ਚੱਲ, ਸਾਰਾ ਕੁਝ ਤੈਨੂੰ ਮੈਂ ਦੇ ਦੂੰਗਾ ਆਪੀ। ਬੜੀ ਵਾਰੀ ਮੈਂ ਦੇਖਿਆ ਕ੍ਰਿਸਚਨ ਲੋਕ ਸਮਝੌਤਾ ਕਰਦੇ, ਉਹ 2 ਨੰਬਰ ਦੇ ਕੰਮ ਕਰਦੇ, ਉਹ ਦਾਰੂ ਵੇਚਣੀ ਸ਼ੁਰੂ ਕਰਦੇ। ਅਤੇ ਇਹ ਕੀ ਆ? ਇਹ ਪਰਮੇਸ਼ਰ ਦੀ ਅਣਆਗਿਆਕਾਰੀ। ਉਹਨਾਂ ਨੇ ਸ਼ੈਤਾਨ ਦੀ ਸੁਣ ਲਈ, ਸ਼ੈਤਾਨ ਦੇ ਅੱਗੇ ਝੁਕ ਗਏ ਅਤੇ ਉਹਨਾਂ ਨੇ ਗਲਤ ਰਸਤਾ ਚੁਣ ਲਿਆ, ਪੈਸਾ ਕਮਾਉਣ ਦਾ, ਜ਼ਿੰਦਗੀ ਚਲਾਉਣ ਦਾ। ਇੱਥੇ ਸ਼ੈਤਾਨ ਉਹਨੂੰ ਕੀ ਕਹਿ ਰਿਹਾ ਯਿਸੂ ਮਸੀਹ ਨੂੰ ਕਿ ਸਿੰਪਲ ਰਸਤਾ, ਮੇਰੇ ਅੱਗੇ ਝੁਕ ਜਾ, ਸਾਰਾ ਕੁਝ ਤੈਨੂੰ ਦੇ ਦੂੰ, ਕਿਉਂਕਿ ਇਹ ਮੇਰੇ ਕੋਲ ਆ ਸਾਰਾ ਕੁਝ। ਅਤੇ ਸੰਸਾਰਿਕ ਚੀਜ਼ਾਂ ਸ਼ੈਤਾਨ ਦੇ ਕੋਲ ਆ। ਅਤੇ ਕਈ ਵਾਰੀ ਅਸੀਂ ਸਮਝੌਤਾ ਕਰਦੇ ਹਾਂ ਅਤੇ ਇਸੇ ਤਰ੍ਹਾਂ ਇਜ਼ਰਾਈਲ ਨੇ ਸਮਝੌਤਾ ਕੀਤਾ ਪਰ ਅੰਨੇ ਜਾਤੀਆਂ ਦੇ ਨਾਲ। ਉਹਨਾਂ ਦੇ ਦੇਵੀ ਦੇਵਤਿਆਂ ਨੂੰ ਪੂਜਣਾ ਸ਼ੁਰੂ ਕੀਤਾ, ਉਹਨਾਂ ਦੇ ਬੇਟੇ ਬੇਟੀਆਂ ਦੇ ਨਾਲ ਵਿਆਹ ਕਰਾਇਆ, ਉਹਨਾਂ ਦੇ ਰੀਤੀ ਰਿਵਾਜਾਂ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਕਿ ਅਸੀਂ ਇੱਥੇ ਚੰਗੀ ਤਰ੍ਹਾਂ ਵਸ ਜਾਾਂਗੇ, ਅਸੀਂ ਆਸਾਨੀ ਨਾਲ ਵਸ ਜਾਾਂਗੇ। ਪਰ ਪਰਮੇਸ਼ਰ ਨਹੀਂ ਸੀ ਚਾਹੁੰਦਾ ਸਮਝੌਤਾ ਕਰੇ। ਪਰਮੇਸ਼ਰ ਨੇ ਉਹਨਾਂ ਨੂੰ ਕੀ ਕਿਹਾ ਸੀ ਕਿ ਜਦੋਂ ਤੁਸੀਂ ਉਸ ਦੇਸ਼ ਵਿੱਚ ਜਾਓ, ਉਹਨਾਂ ਸਾਰਿਆਂ ਨੂੰ ਬਾਹਰ ਕੱਢ ਦਿਓ, ਉਹਨਾਂ ਦੇ ਵਿੱਚੋਂ ਇੱਕ ਵੀ ਉੱਥੇ ਨਹੀਂ ਰਹਿਣਾ ਚਾਹੀਦਾ। ਪਰ ਇਜ਼ਰਾਈਲ ਦਾ ਘਰਾਣਾ ਉੱਥੇ ਫੇਲ ਹੋ ਗਿਆ, ਉਹ ਸਾਰਿਆਂ ਜਾਤੀਆਂ ਨੂੰ ਬਾਹਰ ਨਹੀਂ ਕੱਢ ਪਾਏ। ਇਜ਼ਰਾਈਲ ਦੇ ਵਿੱਚ ਜਿਹੜੇ ਲੋਕਾਂ ਨੂੰ ਪਰਮੇਸ਼ਰ ਨੇ ਕਿਹਾ ਸੀ ਕਿ ਇਹਨਾਂ ਨੂੰ ਬਾਹਰ ਕੱਢ ਦਿਓ, ਹਾਲੇ ਵੀ ਉੱਥੇ ਰਹਿ ਰਹੇ ਸੀਗੇ। ਜਦੋਂ ਅਸੀਂ ਸੈਮੂਅਲ ਦੀ ਪੁਸਤਕ ਤਾਂ ਵੀ ਆ ਰਹੀ ਦਾ, ਰਾਜਿਆਂ ਤਾਂ ਵੀ ਆ ਰਹੀ ਦਾ। ਸੋ ਇਜ਼ਰਾਈਲ ਦਾ ਘਰਾਣਾ ਫੇਲ ਹੋ ਗਿਆ ਕਿਉਂਕਿ ਉਹਨਾਂ ਨੇ ਸਮਝੌਤਾ ਕੀਤਾ। ਉਹ ਸ਼ੈਤਾਨ ਦੇ ਅੱਗੇ ਝੁਕ ਗਏ, ਉਹਨਾਂ ਦੇ ਦੇਵੀ ਦੇਵਤਿਆਂ ਅੱਗੇ ਝੁਕ ਗਏ, ਉਹਨਾਂ ਦੇ ਰੀਤੀ ਰਿਵਾਜਾਂ ਦੇ ਅੱਗੇ ਝੁਕ ਗਏ, ਉਹ ਵਿਭਚਾਰ ਦੇ ਅੱਗੇ ਝੁਕ ਗਏ। ਪਰ ਯਿਸੂ ਮਸੀਹ ਨੇ ਉਹਨੂੰ ਕੀ ਜਵਾਬ ਦਿੱਤਾ? ਹਾਂਜੀ, ਤਦ ਯਿਸੂ ਨੇ ਉਹਨੂੰ ਕਿਹਾ, ਹੇ ਸ਼ੈਤਾਨ। ਯਿਸੂ ਮਸੀਹ ਨੇ ਦੇਖੋ ਸਪਸ਼ਟ ਦੇ ਵਿੱਚ ਉਹਨੂੰ ਕਹਿ ਦਿੱਤਾ, ਇੱਥੇ ਸਿੱਧਾ ਸ਼ਬਦ ਆਇਆ ਸ਼ੈਤਾਨ। ਕਹਿੰਦਾ ਹੇ ਸ਼ੈਤਾਨ, ਚਲਿਆ ਜਾ, ਗੈਟ ਆਊਟ ਫਰੋਮ ਹੇਅਰ। ਹਾਂਜੀ, ਕਿਉਂ ਜੋ ਲਿਖਿਆ ਹੈ, ਭਾਈ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਮੱਥਾ ਟੇਕ ਅਤੇ ਉਸੇ ਇਕੱਲੇ ਦੀ ਉਪਾਸਨਾ ਕਰ। ਆਮੀਨ।
ਸੋ ਇੱਥੇ ਲਿਖਿਆ ਹੈ ਯਿਸੂ ਮਸੀਹ ਨੇ ਉਹਨੂੰ ਸਿੱਧਾ ਜਵਾਬ ਦਿੱਤਾ ਕਿ ਸ਼ੈਤਾਨ ਚੱਲ ਇੱਥੋਂ ਨਿਕਲ। ਇੱਥੇ ਇਹ ਗੱਲ ਨਹੀਂ ਮੈਂ ਤੇਰੀ ਸੁਣਨੀ, ਇੱਥੇ ਮੈਂ ਤੇਰੇ ਨਾਲ ਕੋਈ ਬਹਿਸਬਾਜ਼ੀ ਨਹੀਂ ਕਰਨੀ, ਕਿਉਂਕਿ ਗੱਲ ਆ ਗਈ ਆ ਉਪਾਸਨਾ ਦੀ, ਗੱਲ ਆ ਗਈ ਵਰਸ਼ਿਪ ਦੀ, ਗੱਲ ਆ ਗਈ ਝੁਕਣ ਦੀ। ਤੇ ਜਦੋਂ ਝੁਕਣ ਦੀ ਗੱਲ ਆ ਗਈ ਆ ਤਾਂ ਮੈਂ ਸਿਰਫ ਪਰਮੇਸ਼ਰ ਦੇ ਅੱਗੇ ਝੁਕਣਾ ਆ, ਮੈਂ ਸਿਰਫ ਪਰਮੇਸ਼ਰ ਦੇ ਅੱਗੇ ਨਹੀਂ ਬਣਾਇਆ, ਮੈਂ ਤੇਰੇ ਅੱਗੇ ਨਹੀਂ ਨਿਭਣਾ। ਤੂੰ ਇਹ ਗੱਲ ਕਰਦਾ ਮੇਰੇ ਅੱਗੇ ਝੁਕ ਜਾ, ਮੈਨੂੰ ਤੇਰਾ ਰਾਜ ਨਹੀਂ ਚਾਹੀਦਾ, ਮੈਨੂੰ ਤੇਰੇ ਦੁਆਰਾ ਦਿੱਤੀਆਂ ਪਾਤਸ਼ਾਹੀਆਂ ਨਹੀਂ ਚਾਹੀਦੀਆਂ, ਸਿਰਫ ਇਸ ਜਗ੍ਹਾ ਤੋਂ ਨਿਕਲ ਜਾ। ਕਿਉਂਕਿ ਏਦਾਂ ਲਿਖਿਆ ਹੋਇਆ ਆ ਵਿਵਸਥਾ ਸਾਹਿਬ ਦੀ ਪੁਸਤਕ ਅਧਿਆਇ 6 ਵਚਨ 13 ਦੇ ਵਿੱਚ ਏਦਾਂ ਲਿਖਿਆ ਹੋਇਆ ਆ ਕਿ ਤੂੰ ਆਪਣੇ ਪਰਮੇਸ਼ਰ ਦੀ ਇਕੱਲੇ ਦੀ ਉਪਾਸਨਾ ਕਰ, ਇਕੱਲੇ ਦੀ ਉਹਦੀ ਵਰਸ਼ਿਪ ਕਰ। ਇਸ ਲਈ ਸ਼ੈਤਾਨ ਤੋਂ ਇਸ ਜਗ੍ਹਾ ਤੋਂ ਚਲੇ ਜਾ। ਪਰ ਜਦੋਂ ਸ਼ੈਤਾਨ ਸਾਡੇ ਅੱਗੇ ਲਾਲਚ ਲੈ ਕੇ ਆਉਂਦਾ, ਲੋਭ ਲੈ ਕੇ ਆਉਂਦਾ ਕਿ ਮੇਰੇ ਤਰੀਕੇ ਨਾਲ ਚੱਲ, ਸੰਸਾਰ ਦੇ ਤਰੀਕੇ ਨਾਲ ਚੱਲ, ਸਮਝੌਤਾ ਕਰ, ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ। ਤਦ ਕੀ ਅਸੀਂ ਸ਼ੈਤਾਨ ਨੂੰ ਕਹਿ ਪਾਉਂਦੇ ਆ ਕਿ ਚੱਲ ਸ਼ੈਤਾਨ ਗੈਟ ਆਊਟ, ਚਲਿਆ ਜਾ ਮੇਰੀ ਲਾਈਫ ਦੇ ਵਿੱਚੋਂ, ਚਲਿਆ ਜਾ ਮੇਰੀਆਂ ਸੋਚਾਂ 'ਚ, ਚਲਿਆ ਮੇਰੇ ਖਿਆਲਾਂ ਦੇ ਵਿੱਚੋਂ, ਮੈਂ ਕੋਈ ਸਮਝੌਤਾ ਨਹੀਂ ਕਰਨਾ, ਮੈਂ ਕਿਤੇ ਨਹੀਂ ਝੁਕਣਾ। ਅਤੇ ਜੇਕਰ ਸਾਡਾ ਯਿਸੂ ਮਸੀਹ ਨਾਲ ਸਾਰੀਆਂ ਪ੍ਰੀਖਿਆਵਾਂ ਨੂੰ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਸਫਲ ਹੋ ਸਕਦਾ ਆ, ਤੇ ਅਸੀਂ ਵੀ ਹੋ ਸਕਦੇ ਆ, ਕਿਉਂਕਿ ਉਹਨੇ ਆਪਣਾ ਪਵਿੱਤਰ ਆਤਮਾ ਸਾਨੂੰ ਦਿੱਤਾ ਜਿਹੜਾ ਸੱਚਾ ਸਹਾਇਕ ਆ, ਅਤੇ ਉਹ ਮਨੁੱਖ ਬਣ ਕੇ ਆਇਆ ਤਾਂ ਜੋ ਦੱਸ ਸਕੇ ਕਿ ਇੱਕ ਮਨੁੱਖ ਜਿਹੜਾ ਆ ਜਿਹਦੇ ਅੰਦਰ ਪਵਿੱਤਰ ਆਤਮਾ ਹੈ, ਜਿਹੜਾ ਪਵਿੱਤਰ ਆਤਮਾ ਦੇ ਨਾਲ ਭਰਿਆ, ਉਹ ਇਹਨਾਂ ਪ੍ਰੀਖਿਆਵਾਂ ਦੇ ਵਿੱਚ ਸਫਲ ਹੋ ਸਕਦਾ। ਹਾਲੇਲੂਇਆ। ਯਿਸੂ ਮਸੀਹ ਨੇ ਕਿੱਦਾਂ ਇਹ ਸਾਰੀਆਂ ਪ੍ਰੀਖਿਆਵਾਂ ਨੂੰ ਪੂਰਾ ਕੀਤਾ? ਇਸ ਤੋਂ ਪਹਿਲਾਂ ਉਹਦੇ ਤੇ ਪਵਿੱਤਰ ਆਤਮਾ ਆਇਆ ਸੀ। ਉਸ ਪਵਿੱਤਰ ਆਤਮਾ ਦੀ ਸਾਮਰਥ ਦੇ ਨਾਲ ਉਹ ਹਰ ਇੱਕ ਸ਼ੈਤਾਨ ਦੇ ਚੈਲੰਜ ਦੇ ਨਾਲ ਲੜ ਸਕਿਆ। ਅਤੇ ਉਹਨੇ ਦੂਸਰੀ ਚੀਜ਼ ਵਚਨ ਨੂੰ ਗੋਡ ਕੀਤਾ। ਜੇਕਰ ਤੁਹਾਡੀ ਲਾਈਫ ਵਿੱਚ ਵਚਨ ਨਹੀਂ ਆ ਤਾਂ ਫਿਰ ਤੁਸੀਂ ਕਦੀ ਸ਼ੈਤਾਨ ਦਾ ਸਾਹਮਣਾ ਨਹੀਂ ਕਰ ਸਕਦੇ, ਤੁਸੀਂ ਕਦੀ ਸ਼ੈਤਾਨ ਨੂੰ ਨਹੀਂ ਹਰਾ ਸਕਦੇ, ਕਦੀ ਤੁਸੀਂ ਸ਼ੈਤਾਨ ਨੂੰ ਨਹੀਂ ਭਜਾ ਸਕਦੇ। ਦੇਖੋ ਅੱਜ ਮਸੀਹੀ ਲੋਕੀ ਪ੍ਰਾਰਥਨਾ ਕਰ ਸਕਦੇ ਆ, ਉਹ ਆਰਾਧਨਾ ਕਰ ਲੈਣਗੇ, ਉਹ ਸਾਰਾ ਕੁਝ ਕਰ ਲੈਣਗੇ, ਪਰ ਉਹ ਵਚਨ ਨਹੀਂ ਪੜ੍ਹਨਗੇ। ਇਸੇ ਕਰਕੇ ਉਹ ਆਪਣੀ ਲਾਈਫ ਦੇ ਵਿੱਚ ਸ਼ੈਤਾਨ ਦਾ ਸਾਹਮਣਾ ਨਹੀਂ ਕਰ ਪਾਉਂਦੇ। ਇਹ ਬਹੁਤ ਵੱਡੀ ਕਮੀ ਆ, ਪਰ ਸਾਨੂੰ ਸ਼ੈਤਾਨ ਦਾ ਸਾਹਮਣਾ ਕਰਨਾ ਆਉਣਾ ਚਾਹੀਦਾ ਆ, ਫਿਰ ਹੀ ਅਸੀਂ ਸਫਲ ਹੋ ਸਕਦੇ ਆ, ਫਿਰ ਹੀ ਅਸੀਂ ਸਫਲ ਹੋ ਸਕਦੇ। ਸੋ ਲਾਸਟ ਪ੍ਰੀਖਿਆ ਜਿਹੜੀ ਉਹ ਵੀ ਇਜ਼ਰਾਈਲ ਦੇ ਘਰਾਣੇ ਨਾਲ ਜੁੜੀ ਵੀ। ਇਜ਼ਰਾਈਲ ਦਾ ਘਰਾਣਾ ਆਪਣੇ ਵੈਰੀਆਂ ਨੂੰ, ਆਪਣੇ ਦੁਸ਼ਮਣਾਂ ਨੂੰ ਕੱਢਣ ਦੇ ਵਿੱਚ ਅਸਫਲ ਹੋ ਗਿਆ, ਉਹ ਕੱਢ ਨਹੀਂ ਪਾਇਆ। ਪਰ ਯਿਸੂ ਮਸੀਹ ਨੇ ਸਾਰਿਆਂ ਤੋਂ ਵੱਡੇ ਵੈਰੀ ਨੂੰ, ਸ਼ੈਤਾਨ ਨੂੰ ਇੱਕੋ ਗੱਲ ਦੇ ਵਿੱਚ ਭਜਾ ਦਿੱਤਾ ਕਿ ਸ਼ੈਤਾਨ ਚਲਿਆ ਜਾ। ਕਿਉਂਕਿ ਬਾਈਬਲ ਦੇ ਵਿੱਚ ਇਦਾਂ ਲਿਖਿਆ ਪਰਮੇਸ਼ਰ ਦੀ ਇਕੱਲੇ ਦੀ ਉਪਾਸਨਾ ਕਰ ਅਤੇ ਉਸੇ ਇਕੱਲੇ ਨੂੰ ਮੱਥਾ ਟੇਕ। ਹਾਲੇਲੂਇਆ। ਪਰ ਅੱਜ ਸਾਡੇ ਬਾਰੇ ਕੀ ਅੱਜ ਅਸੀਂ ਆਪਣੇ ਵੈਰੀ ਨੂੰ ਕੱਢਣ ਦੇ ਵਿੱਚ, ਆਪਣੀ ਲਾਈਫ ਦੇ ਵਿੱਚੋਂ ਕੱਢਣ ਚ, ਆਪਣੇ ਪਰਿਵਾਰ ਦੇ ਵਿੱਚੋਂ ਕੱਢਣ ਚ, ਆਪਣੇ ਸੋਚਾਂ ਖਿਆਲਾਂ ਚੋਂ ਕੱਢਣ ਦੇ ਵਿੱਚ ਸਫਲ ਹੋ ਚੁੱਕੇ ਹਾਂ? ਅੱਜ ਸਾਨੂੰ ਧਿਆਨ ਦੇਣ ਦੀ ਲੋੜ ਆ। ਤੇ ਜਦੋਂ ਲਿਖਿਆ ਆ ਕਿ ਸ਼ੈਤਾਨ ਉੱਥੋਂ ਚਲਿਆ ਗਿਆ, ਹਾਂਜੀ, ਤਦ ਸ਼ੈਤਾਨ ਉਹਨੂੰ ਛੱਡ ਗਿਆ। ਦੇਖੋ ਇੱਥੇ ਸ਼ੈਤਾਨ ਨੂੰ ਜਾਣਾ ਪੈ ਗਿਆ। ਸ਼ੈਤਾਨ ਨੇ ਬੜੇ ਸੋਚਿਆ ਹੋਣਾ, ਪਰ ਸ਼ੈਤਾਨ ਹੁਣ ਕਹਿੰਦਾ ਹੋਣਾ ਕਿ ਟਾਈਮ ਹੀ ਖਰਾਬ ਹੋਇਆ। ਤੁਸੀਂ ਸ਼ੈਤਾਨ ਦਾ ਟਾਈਮ ਖਰਾਬ ਕਰ ਸਕਦੇ ਹੋ, ਪਰ ਸ਼ੈਤਾਨ ਨੇ ਅੱਜ ਬਹੁਤ ਸਾਰੇ ਮਸੀਹਾਂ ਦਾ ਟਾਈਮ ਖਰਾਬ ਕੀਤਾ ਹੋਇਆ ਹੈ। ਤੁਸੀਂ ਸ਼ੈਤਾਨ ਦਾ ਟਾਈਮ ਖਰਾਬ ਕਰ ਸਕਦੇ ਹੋ। ਹਾਲੇਲੂਇਆ। ਹਾਂਜੀ। ਅਤੇ ਵੇਖੋ ਦੂਤ ਕੋਲ ਆਣ ਕੇ ਉਹਦੀ ਟਹਿਲ ਕਰਨ ਲੱਗੇ। ਆਮੀਨ। ਸੋ ਇੱਥੇ ਲਿਖਿਆ ਕਿ ਜਦੋਂ ਸ਼ੈਤਾਨ ਉਹਨੂੰ ਛੱਡ ਕੇ ਚਲਿਆ ਗਿਆ ਤਾਂ ਦੂਤ ਕੀ ਆ ਕੇ ਕਰਨ ਲੱਗੇ? ਉਹਦੀ ਟਹਿਲ ਸੇਵਾ ਕਰਨ ਲੱਗੇ। ਜਦੋਂ ਦੂਸਰੀ ਪ੍ਰੀਖਿਆ ਸੀ, ਉਹਨੇ ਕਿਹਾ ਆਪਣੇ ਆਪ ਨੂੰ ਥੱਲੇ ਸੱਟ ਦੇ ਤਾਂ ਜੋ ਪਰਮੇਸ਼ਰ ਦੇ ਦੂਤ ਉਹਨੇ ਤੈਨੂੰ ਹੱਥਾਂ ਤੇ ਚੁੱਕ ਲੈਣ। ਉਹਨੇ ਉਸ ਟਾਈਮ ਸ਼ੈਤਾਨ ਦੀ ਸੁਣ ਕੇ ਨਹੀਂ ਇਹ ਕਿਹਾ ਕਿ ਮੈਂ ਡਿੱਗ ਜਾਣਾ ਤਾਂ ਦੂਤ ਘੱਲੂਗਾ ਪਰਮੇਸ਼ਰ। ਤੇ ਜੇ ਉਹਨੇ ਸ਼ੈਤਾਨ ਦੀ ਸੁਣ ਕੇ ਨਹੀਂ ਕੀਤਾ, ਉਹ ਜਦੋਂ ਪ੍ਰੀਖਿਆਵਾਂ ਦੇ ਵਿੱਚੋਂ ਸਫਲ ਹੋਇਆ ਤਾਂ ਕੌਣ ਆ ਕੇ ਉਹਦੀ ਟਹਿਲ ਸੇਵਾ ਕਰਨ ਲੱਗੇ? ਉਹ ਦੂਤ ਜਿਨ੍ਹਾਂ ਦਾ ਜ਼ਬੂਰ 91 ਦੇ ਵਿੱਚ ਪਰਮੇਸ਼ਰ ਨੇ ਵਾਅਦਾ ਕੀਤਾ ਸੀ, ਵਚਨ ਸੰਹਿਤਾ ਦੇ ਵਿੱਚ ਵਾਅਦਾ ਕੀਤਾ ਸੀ ਕਿ ਪਰਮੇਸ਼ਰ ਦੇ ਦੂਤ ਹੋਣਗੇ। ਉਹੀ ਦੂਤ ਆ ਕੇ ਉਹਦੀ ਟਹਿਲ ਸੇਵਾ ਕਰਨ ਲੱਗੇ। ਉਹੀ ਦੂਤ ਉਹਦੇ ਲਈ ਰੋਟੀ ਲੈ ਕੇ ਆਏ ਹੋਣਗੇ। ਉਹੀ ਦੂਤ ਉਹਨੂੰ ਵਧਾਈ ਦਿੰਦੇ ਹੋਗੇ ਕਿ ਕੰਗ੍ਰੈਚੁਲੇਸ਼ਨ। ਹਾਲੇਲੂਇਆ। ਦੇਖੋ ਜੇਕਰ ਅਸੀਂ ਪ੍ਰੀਖਿਆਵਾਂ ਦੇ ਵਿੱਚੋਂ ਸਫਲ ਹੋ ਜਾਂਦੇ ਆ ਤਾਂ ਐਂਜਲਸ, ਪਰਮੇਸ਼ਰ ਦੇ ਦੂਤ, ਪਰਮੇਸ਼ਰ ਖੁਦ ਸਾਨੂੰ ਵਧਾਈ ਦਿੰਦਾ ਆ। ਪਰਮੇਸ਼ਰ ਖੁਦ ਸਾਡੇ ਤੇ ਧਿਆਨ ਦਿੰਦਾ ਕਿ ਇਹ ਬੰਦਾ ਸ਼ੈਤਾਨ ਨੂੰ ਸ਼ਰਮਿੰਦਾ ਕਰਕੇ ਘੱਲਿਆ ਆ ਅਤੇ ਸ਼ੈਤਾਨ ਹਾਰਿਆ ਆ, ਪਰ ਇਹ ਬੰਦਾ ਮੇਰੇ ਵਚਨ ਦੇ ਉੱਤੇ ਚੱਲ ਕੇ ਜਿੱਤ ਗਿਆ। ਹਾਲੇਲੂਇਆ। ਸੋ ਇੱਥੇ ਅਸੀਂ ਕੀ ਦੇਖਦੇ ਹਾਂ? ਇਜ਼ਰਾਈਲ ਦਾ ਘਰਾਣਾ 3 ਪ੍ਰੀਖਿਆਵਾਂ ਦੇ ਵਿੱਚੋਂ ਫੇਲ ਹੋਇਆ, ਪਰ ਯਿਸੂ ਮਸੀਹ ਨੇ ਉਹਨਾਂ ਤਿੰਨਾਂ ਦੇ ਵਿੱਚੋਂ ਪਾਸ ਹੋ ਕੇ ਦਿਖਾਇਆ ਕਿ ਮੈਂ ਇਜ਼ਰਾਈਲ ਦੇ ਘਰਾਣੇ ਨੂੰ ਰਿਪਰੈਜ਼ੈਂਟ ਕਰਦਾ। ਮੈਂ ਉਹ ਮਸੀਹ ਆ, ਮੈਂ ਇਜ਼ਰਾਈਲ ਦੇ ਘਰਾਣੇ ਨੂੰ ਚਲਾਉਣ ਦੀ ਸਾਮਰਥ ਰੱਖਦਾ ਹਾਂ। ਹਾਲੇਲੂਇਆ। ਸੋ ਇੱਥੇ 3 ਬੇਸਿਕ ਚੀਜ਼ਾਂ ਸੀਗੀਆਂ, ਰੋਟੀ, ਟੈਂਪਟੇਸ਼ਨ ਅਤੇ ਵਰਸ਼ਿਪ। ਦੇਖੋ ਬੇਸਿਕ ਚੀਜ਼ਾਂ ਦੇ ਵਿੱਚ ਸ਼ੈਤਾਨ ਸਾਨੂੰ ਬੜੀ ਵਾਰੀ ਫਸਾਉਂਦਾ।
ਸਾਨੂੰ ਬੇਸਿਕ ਚੀਜ਼ਾਂ ਦੇ ਤੋਂ ਬਾਹਰ ਉੱਪਰ ਉੱਠ ਕੇ ਆਉਣ ਦੀ ਲੋੜ ਆ। ਸ਼ੈਤਾਨ ਕਹਿੰਦਾ ਪਰਮੇਸ਼ਰ ਦੀ ਪ੍ਰੀਖਿਆ ਲਓ, ਪਰਮੇਸ਼ਰ ਨੂੰ ਇਹ ਕਰਨਾ ਚਾਹੀਦਾ। ਸਾਨੂੰ ਉੱਥੇ ਵੀ ਸ਼ੈਤਾਨ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ। ਅਤੇ ਜਦੋਂ ਸ਼ੈਤਾਨ ਕਵੇ ਕਿ ਝੁਕ ਜਾ, ਕੰਮ ਕਰ ਲਾ, ਪਾਪ ਅੱਗੇ ਝੁਕ ਜਾ, ਸੰਸਾਰ ਅੱਗੇ ਝੁਕ ਜਾ, ਇਸ ਗੱਲ 'ਚ ਝੁਕ ਜਾ, ਤਾਂ ਸਾਨੂੰ ਸ਼ੈਤਾਨ ਨੂੰ ਸਿੱਧਾ ਜਵਾਬ ਦੇਣ ਦੀ ਲੋੜ ਆ ਤੇ ਇਹਨੂੰ ਕਮਾਂਡ ਕਰਨ ਦੀ ਲੋੜ ਆ ਕਿ ਸ਼ੈਤਾਨ ਚੱਲ ਮੇਰੀ ਲਾਈਫ ਦੇ ਵਿੱਚੋਂ, ਮੇਰੀ ਲਾਈਫ ਪਰਮੇਸ਼ਰ ਦੇ ਲਈ ਆ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਿਤਾ ਜੀ, ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ। ਤੁਹਾਡੇ ਵਚਨ ਦੇ ਵਿੱਚ ਅਸੀਂ ਸਿੱਖਿਆ ਪਿਤਾ ਕਿ ਤੇਰੇ ਪਵਿੱਤਰ ਆਤਮਾ ਦੇ ਨਾਲ ਭਰ ਕੇ ਪਿਤਾ ਮੇਰੇ ਪਰਮੇਸ਼ਰ ਅਤੇ ਤੇਰੇ ਵਚਨਾਂ ਦੇ ਉੱਤੇ ਚੱਲ ਕੇ ਅਸੀਂ ਸ਼ੈਤਾਨ ਦਾ ਸਾਹਮਣਾ ਕਰ ਸਕਦੇ ਹਾਂ ਅਤੇ ਸ਼ੈਤਾਨ ਸਾਡੇ ਅੱਗੇ ਭੱਜੇਗਾ ਪਿਤਾ ਮੇਰੇ ਪਰਮੇਸ਼ਰ। ਤੇਰੀ ਸਾਮਰਥ ਹਰ ਇੱਕ ਵਿਅਕਤੀ ਦੇ ਜੀਵਨ 'ਚ ਜਿਹੜਾ ਇਸ ਵੀਡੀਓ ਨੂੰ ਦੇਖ ਰਿਹਾ ਹੈ ਪਿਤਾ ਮੇਰੇ ਪਰਮੇਸ਼ਰ, ਉਹਦੇ ਜੀਵਨ 'ਚ ਕਾਰਜ ਕਰੇ। ਤੇਰਾ ਵਚਨ ਪਿਤਾ ਉਹਦੇ ਜੀਵਨ 'ਚ ਕਾਰਜ ਕਰੇ ਤਾਂ ਜੋ ਸ਼ੈਤਾਨ ਪਿਤਾ ਮੇਰੇ ਪਰਮੇਸ਼ਰ ਉਸ ਦੀ ਲਾਈਫ ਦੇ ਵਿੱਚੋਂ ਹਾਰਿਆ ਜਾਵੇ, ਸ਼ੈਤਾਨ ਸ਼ਰਮਿੰਦਾ ਹੋਵੇ ਅਤੇ ਤੇਰੇ ਦੂਤ ਪਿਤਾ ਉਸ ਦੀ ਲਾਈਫ ਦੇ ਵਿੱਚ ਕਾਰਜ ਕਰਨ। ਕਿਉਂਕਿ ਤੁਹਾਡਾ ਵਚਨ ਕਹਿੰਦਾ ਕਿ ਜਿੱਦਾਂ ਸ਼ੈਤਾਨ ਉਸ ਦੀ ਲਾਈਫ 'ਚ ਹੋ ਗਿਆ ਤਾਂ ਦੂਤ ਆ ਕੇ ਉਸ ਦੀ ਟਹਿਲ ਸੇਵਾ ਕਰਨ ਲੱਗੇ। ਪਵਿੱਤਰ ਪਰਮੇਸ਼ਰ ਤੇ ਆਪਣੇ ਟੈਸਟ ਦੇ ਵਿੱਚੋਂ ਪਿਤਾ ਜਿਹੜੇ ਤੂੰ ਇਹਨਾਂ ਦੇ ਅੱਗੇ ਰੱਖੇ ਅਤੇ ਸ਼ੈਤਾਨ ਦੇ ਪ੍ਰਲੋਭਨਾਂ ਦੇ ਵਿੱਚੋਂ ਬਾਹਰ ਆ ਸਕਣ ਪਿਤਾ, ਤਾਂ ਜੋ ਪਿਤਾ ਮੇਰੇ ਪਰਮੇਸ਼ਰ ਇਹ ਪਰਖੇ ਹੋਏ ਵਿਸ਼ਵਾਸ ਦੇ ਵਿੱਚ ਚੱਲ ਸਕਣ ਪਿਤਾ ਅਤੇ ਤੁਹਾਡੇ ਨਾਮ ਨੂੰ ਮਹਿਮਾ ਦੇ ਸਕਣ। ਤੁਹਾਡੀ ਦਇਆ, ਤੁਹਾਡੀ ਕਿਰਪਾ ਸਭਨਾਂ ਦੇ ਉੱਤੇ ਮੰਗ ਲੈਣਾ ਯਿਸੂ ਮਸੀਹ ਦੇ ਨਾਮ ਦੇ ਵਿੱਚ, ਆਮੀਨ ਆਮੀਨ ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ। ਜੇਕਰ ਤੁਸੀਂ ਇਹ ਸਟੱਡੀ ਦੇ ਦੁਆਰਾ ਆਸ਼ੀਸ਼ਿਤ ਹੋ ਰਹੇ ਹੋ, ਬਰਕਤ ਪਾ ਰਹੇ ਹੋ, ਤਾਂ ਇਹਨੂੰ ਦੂਸਰਿਆਂ ਤਾਈਂ ਵੀ ਸ਼ੇਅਰ ਕਰੋ ਤਾਂ ਜੋ ਪਰਮੇਸ਼ਰ ਦਾ ਵਚਨ ਸਭਨਾਂ ਤਾਈਂ ਪਹੁੰਚੇ ਅਤੇ ਹਰ ਇੱਕ ਵਿਅਕਤੀ ਪਰਮੇਸ਼ਰ ਦੇ ਵਚਨ ਨੂੰ ਗਹਿਰਾਈ ਦੇ ਨਾਲ ਜਾਣ ਸਕੇ। ਪ੍ਰਭੂ ਤੁਹਾਨੂੰ ਬਰਕਤ ਦੇਵੇ। ਆਮੀਨ।